नमस्कार, सत श्री अकाल जी सारे दर्शकों का बहुत बहुत स्वागत है। मैं रूही ग्रोवर ते इस ਵੇਲੇ ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਟਾਕ ਸ਼ੋ ਰਿਗਾਰਡਿੰਗ ਕੈਨੇਡਾ ਸਟੱਡੀ ਵੀਜ਼ਾ ਤੇ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਅਮਿਤ ਬੁੰਦੇਲਾ ਜੀ ਜੋ ਕਿ ਮੈਨੇਜਿੰਗ ਡਾਇਰੈਕਟਰ ਨੇ ਵੀਬੀ ਵੀਜ਼ਾ ਕੰਸਲਟੈਂਟਸ ਤੇ। ਅਮਿਤ ਜੀ ਤੁਹਾਡਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਰੂਹੀ ਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਾ ਸਤਿ ਸ਼੍ਰੀ ਅਕਾਲ। ਤੇ ਜੇ ਇਹਨਾਂ ਦੀ ਕੰਪਨੀ ਬਾਰੇ ਗੱਲ ਕਰੀਏ ਤਾਂ 16 ਸਾਲ ਪੁਰਾਣੀ ਇਹਨਾਂ ਦੀ ਕੰਪਨੀ ਹੈ ਤੇ ਪੰਜਾਬ ਗਵਰਨਮੈਂਟ ਅਪਰੂਵਡ ਵੀ ਹੈ ਤੇ ਹੈੱਡ ਆਫਿਸ ਦੀ ਗੱਲ ਕਰੀਏ ਤਾਂ ਹੈੱਡ ਆਫਿਸ ਮੋਹਾਲੀ ਵਿੱਚ ਹੈ ਤੇ ਬ੍ਰਾਂਚਿਸ ਦੀ ਗੱਲ ਕਰੀਏ ਤਾਂ ਇਹਨਾਂ ਦੀ ਬ੍ਰਾਂਚਿਸ ਪੰਜਾਬ ਵਿੱਚ ਬਠਿੰਡਾ, ਪਟਿਆਲਾ, ਬਰਨਾਲਾ ਤੇ ਤਪਾ ਮੰਡੀ ਵਿੱਚ ਹੈ। ਕੈਨੇਡਾ ਵਿੱਚ ਆਲਰੇਡੀ ਆਪਰੇਟ ਕਰ ਰਹੇ ਨੇ ਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਕਾਫੀ ਵਧੀਆ ਤਰ੍ਹਾਂ ਗਾਈਡ ਕਰ ਰਹੇ ਨੇ। ਤੇ ਹੁਣ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਤੁਸੀਂ ਸਾਨੂੰ ਲਾਈਵ ਵੇਖ ਰਹੇ ਹੋ ਤੇ ਜਿਹੜੇ ਦਰਸ਼ਕ ਸਾਡੇ ਨਾਲ ਇੱਥੇ ਲਾਈਵ ਜੁੜਨਾ ਚਾਹੁੰਦੇ ਨੇ ਤਾਂ ਥੱਲੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਨੇ। ਸਕਰੀਨ ਤੇ ਅਸੀਂ ਨੰਬਰਸ ਦਿੱਤੇ ਹੋਏ ਨੇ, ਤੁਸੀਂ ਸਾਨੂੰ ਉੱਥੇ ਫੋਨ ਕਾਲਸ ਦੇ ਜ਼ਰੀਏ ਕੰਟੈਕਟ ਵੀ ਕਰ ਸਕਦੇ ਹੋ। ਤੇ ਅਮਿਤ ਜੀ ਪਹਿਲੇ ਸਵਾਲ ਵਧਾਉਂਦੇ ਹਾਂ। ਜੀ ਜਿਹੜਾ ਪਹਿਲਾ ਸਵਾਲ ਹੈ ਕਿ ਜਿਨ੍ਹਾਂ ਦਾ +2 ਦਾ ਰਿਜ਼ਲਟ ਆਇਆ ਉਹਨਾਂ ਨੂੰ ਕਿਸ ਸੈਸ਼ਨ ਵਿੱਚ ਅਪਲਾਈ ਕਰਨਾ ਚਾਹੀਦਾ? ਜਨਵਰੀ ਦੇ ਸੈਸ਼ਨ ਵਿੱਚ ਅਪਲਾਈ ਕਰਨਾ ਚਾਹੀਦਾ ਜਾਂ ਫਿਰ ਮਈ ਦੇ ਸੈਸ਼ਨ ਵਿੱਚ? ਦੇਖੋ ਜਨਵਰੀ ਦਾ ਸੈਸ਼ਨ ਹਲੇ ਖੁੱਲਾ ਹੈ। ਜੇ ਵਿਦਿਆਰਥੀ ਦੇਰ ਕਰਨਗੇ ਕਿਉਂਕਿ ਤੁਹਾਨੂੰ ਪਤਾ ਸੀਟਸ ਬਹੁਤ ਜਲਦੀ ਫਿਲ ਹੋ ਜਾਂਦੀਆਂ ਇਸ ਸਮੇਂ ਜਨਵਰੀ ਦਾ ਸੈਸ਼ਨ ਖੁੱਲਿਆ ਹੈ। +2 ਦੇ ਰਿਜ਼ਲਟਸ ਆ ਗਏ ਨੇ। ਆਇਲਟਸ ਕੰਪਲੀਟ ਜਿਨ੍ਹਾਂ ਬੱਚਿਆਂ ਦੀ ਹੋ ਗਈ ਹੈ ਉਹਨਾਂ ਨੂੰ ਮੈਂ ਕਹਾਂਗਾ ਕਿ ਜਲਦ ਤੋਂ ਜਲਦ ਅਪਲਾਈ ਕਰਨ। ਜੀ ਤੇ ਅੱਜ ਦੀ ਡੇਟ ਵਿੱਚ ਵੈਸੇ ਸੁਣਨ ਨੂੰ ਆ ਰਿਹਾ ਹੈ ਕਿ ਰਿਫਿਊਜ਼ਲਸ ਬਹੁਤ ਜ਼ਿਆਦਾ ਆ ਰਹੇ ਨੇ। ਕੀ ਸੱਚਾਈ ਹੈ ਇਹਦੇ ਵਿੱਚ? देखो सच्चाई बिल्कुल बहुत सच्चाई है ਇਹਦੇ ਵਿੱਚ। ਇੱਕ अगर दर्शक देख पा रहे हों अमर उजाला ਦੇ ਵਿੱਚ ਇੱਕ बहुत बड़ी न्यूज़ लगी हुई है फ्रंट पेज पे, छात्रों का कनाडा में पढ़ना हुआ मुश्किल, 50% वीजा खारिज। देखो ये अगर न्यूज़ लगी है तो ਇਹਦੇ ਵਿੱਚ सच्चाई भी होएगी बिल्कुल जी। लेकिन ਇਹਦੇ ਵਿੱਚ ਇੱਕ ਪੱਖ ਰੱਖਿਆ ਗਿਆ ਕਿ ਰਿਫਿਊਜ਼ ਹੋ ਰਹੇ ਨੇ ਬਟ ਕਿਉਂ ਰਿਫਿਊਜ਼ ਹੋ ਰਹੇ ਨੇ ਉਹ ਚੀਜ਼ ਨਹੀਂ ਮੈਂਸ਼ਨ ਕੀਤੀ ਹੋਈ ਇਹਦੇ ਵਿੱਚ। ਤਾਂ ਮੈਂ ਦੱਸਣਾ ਚਾਹਾਂਗਾ ਰਿਫਿਊਜ਼ਲਸ ਕਿਉਂ ਆ ਰਹੀ ਹੈ ਅੱਜ ਦੀ ਡੇਟ 'ਚ। ਅੱਜ ਦੀ ਡੇਟ ਦੇ ਵਿੱਚ ਸਟੂਡੈਂਟ ਭੇਡ ਚਾਲ ਦੇ ਵਿੱਚ ਲੱਗਿਆ, ब्रांड ਦੇ ਪਿੱਛੇ ਲੱਗਿਆ, ਐਡਵਰਟਾਈਜ਼ਮੈਂਟ ਦੇ ਪਿੱਛੇ ਲੱਗਿਆ ਬਟ ਉਹ ਇਹ ਨਹੀਂ ਦੇਖ ਰਹੀ ਕਿ ਉਸ ਕੰਪਨੀ ਦਾ ਸਕਸੈਸ ਰੇਟ ਕੀ ਹੈ। ਇੱਥੇ 50% ਸਕਸੈਸ ਰੇਟ ਦਿਖਾਏਗਾ ਬਟ ਜੇ ਮੈਂ ਆਪਣੀ ਕੰਪਨੀ ਦੀ ਗੱਲ ਕਰਾਂ ਇੱਥੇ ਔਨ 에ਅਰ ਮੈਂ ਕਹਿ ਰਿਹਾ ਲਾਈਵ ਦੇ ਵਿੱਚ ਸਾਡਾ 100% ਸਕਸੈਸ ਰੇਟ ਹੈ। ਚਾਹੇ ਮਈ ਇਨਟੇਕ ਹੋਏ ਚਾਹੇ ਸੈਪਟੰਬਰ ਇਨਟੇਕ ਹੋ, ਹੁਣ ਤੱਕ ਜਿੰਨੇ ਕ ਨਤੀਜਾ ਹੈ ਸੋ ਅਸੀਂ ਇਹ ਕਿਸ ਤਰ੍ਹਾਂ ਮੰਨ ਲਈਏ ਕਿ ਸਕਸੈਸ ਰੇਟ 50% ਚੱਲ ਰਿਹਾ ਹੈ। ਬਿਲਕੁਲ ਜੀ। ਸੋ ਜੇ ਫਾਈਲ ਤੇ ਕੰਮ ਕੀਤਾ ਜਾਏਗਾ, SOP ਤੇ ਕੰਮ ਕੀਤਾ ਜਾਏਗਾ ਜਾਂ ਫਿਰ ਪ੍ਰੋਗਰਾਮ ਨੂੰ ਸਹੀ ਤਰੀਕੇ ਨਾਲ ਚੂਜ਼ ਕੀਤਾ ਜਾਏਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਇੰਨਾ ਘੱਟ ਸਕਸੈਸ ਰੇਟ ਹੋਊਗਾ। ਹਾਂ ਮੈਂ ਮੰਨਦਾ ਕਿ ਰਿਫਿਊਜ਼ਲਸ ਵੀ ਨਾਲ ਆਉਂਦੇ ਕਿ SDS ਨੋਨ SDS ਦਾ ਹੁੰਦਾ ਫਰਕ ਬਟ ਸਟਿਲ ਸਕਸੈਸ ਰੇਟ SDS ਕੇਸ ਦੇ ਵਿੱਚ ਬਹੁਤ ਜ਼ਿਆਦਾ ਹਾਈ ਹੈ। ਜੀ ਤੇ ਸਾਡਾ ਅਗਲਾ ਸਵਾਲ ਹੈ ਕਿ ਜਿਹੜੇ ਸਟੂਡੈਂਟਸ ਰਿਫਿਊਜ਼ ਹੋ ਚੁੱਕੇ ਨੇ ਉਹਨਾਂ ਵਾਸਤੇ ਕੀ ਆਪਸ਼ਨਸ ਨੇ, ਕੀ ਕਰਨਾ ਚਾਹੀਦਾ ਉਹਨਾਂ ਨੂੰ? ਦੇਖੋ ਹੁਣ ਜਿਹੜੇ ਇਹ ਕੇਸ ਟੂ ਕੇਸ ਡਿਪੈਂਡ ਕਰੇਗਾ। ਜਿਹੜੇ ਸਟੂਡੈਂਟਸ ਹੁਣ SDS ਕੇਸ ਦੇ ਵਿੱਚ ਰਿਫਿਊਜ਼ ਹੋਏ ਨੇ ਡੈਫੀਨਿਟਲੀ ਉਹਨਾਂ ਨੂੰ ਥੋੜੇ ਜਿਹੇ ਚੇਂਜਸ ਕਰਨੇ ਪੈਣਗੇ। ਇਹ ਨਹੀਂ ਹੋ ਸਕਦਾ ਕਿ ਤੁਸੀਂ ਸੇਮ ਹੀ ਫਾਈਲ ਲਗਾ ਦਿਓ, ਉਹਦੇ ਵਿੱਚ ਤੁਹਾਡੇ SOP ਦੇ ਵਿੱਚ ਵੀ ਚੇਂਜਸ ਕਰਨੇ ਪੈ ਸਕਦੇ ਆ। ਅਗਰ ਤੁਹਾਡੇ ਗੋਲਸ ਪਹਿਲਾਂ ਜਿਸ ਤਰ੍ਹਾਂ ਤੁਸੀਂ ਕੁਝ ਹੋਰ ਗੋਲਸ ਦੱਸੇ ਸੀਗੇ ਹੋ ਸਕਦਾ ਹੈ ਕਿ ਸਾਨੂੰ ਉਹਦੇ ਵਿੱਚ ਵੀ ਚੇਂਜਸ ਕਰਨਾ ਪਏ ਬਟ ਐਮਬੈਸੀ ਇਸ ਚੀਜ਼ ਨੂੰ ਐਕਸੈਪਟ ਕਰਦੀ ਹੈ ਡੈਫੀਨਿਟਲੀ। ਸਟੂਡੈਂਟ ਹੈ, ਸਟੂਡੈਂਟ ਕੋਲ ਪਹਿਲੇ ਆਪਣਾ ਕੋਰਸ ਚੂਜ਼ ਕਰਨ ਦੇ ਵਿੱਚ ਗਲਤੀ ਹੋ ਸਕਦੀ ਤਾਂ ਤੁਹਾਨੂੰ ਕੋਰਸ ਵੀ ਚੇਂਜ ਕਰਨਾ ਪੈ ਸਕਦਾ ਹੈ, ਤੁਹਾਨੂੰ ਕਾਲਜ ਵੀ ਚੇਂਜ ਕਰਨਾ ਪੈ ਸਕਦਾ, ਨਾਲ SOP ਵਗੈਰਾ ਦੇ ਵਿੱਚ ਵੀ ਤੁਹਾਨੂੰ ਸਾਰੇ ਚੇਂਜਸ ਕਰਨੇ ਪੈ ਸਕਦੇ ਜੀ। ਤੇ ਅਸੀਂ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਵੇਲੇ ਸਾਨੂੰ ਲਾਈਵ ਵੇਖ ਰਹੇ ਹੋ ਕਿ ਜੇਕਰ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਵਿੱਚ ਲਾਈਵ ਜੁੜਨਾ ਚਾਹੁੰਦੇ ਹੋ ਜਾਂ ਫਿਰ ਤੁਹਾਡੇ ਕੋਈ ਸਵਾਲ ਨੇ, ਤੁਸੀਂ ਅਮਿਤ ਜੀ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਥੱਲੇ ਸਕਰੀਨ ਤੇ ਦਿੱਤੇ ਨੰਬਰਸ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟ ਕਰਕੇ ਵੀ ਆਪਣੇ ਜੋ ਸਵਾਲ ਨੇ ਉਹ ਪੁੱਛ ਸਕਦੇ ਹੋ। ਤੇ ਅਮਿਤ ਜੀ ਜਿਹੜਾ ਅਗਲਾ ਸਵਾਲ ਹੈ ਕਿ PT ਤੇ ਵੀਜ਼ਾ ਦੀ ਕੀ ਇਸ਼ੂ ਚੱਲ ਰਹੀ ਹੈ? ਜਿਹੜਾ PT ਤੋਂ ਰਿਫਿਊਜ਼ ਹੋਇਆ ਉਸ ਨੂੰ ਕੀ ਕਰਨਾ ਚਾਹੀਦਾ ਹੈ? ਦੇਖੋ ਅੱਜ PT ਦਾ ਸਟੂਡੈਂਟ ਬਹੁਤ ਜ਼ਿਆਦਾ ਕਨਫਿਊਜ਼ ਹੈ ਜੀ। ਉਹਨਾਂ ਪਹਿਲੀ ਗੱਲ ਤਾਂ PT ਜੋ ਤੁਸੀਂ ਚੂਜ਼ ਕੀਤੀ ਹੈ ਤੁਸੀਂ ਉਸ ਤੇ ਕੌਨਫੀਡੈਂਸ ਰੱਖੋ ਵੀ ਇਸ ਤੇ ਸਾਨੂੰ ਵੀਜ਼ਾ ਮਿਲ ਸਕਦਾ। ਜ਼ਿਆਦਾਤਰ PT ਵਾਲੇ ਸਟੂਡੈਂਟਸ ਦਾ ਕੀ ਹੁੰਦਾ ਕਿ ਸਾਨੂੰ ਵੀਜ਼ਾ ਹੀ ਨਹੀਂ ਮਿਲ, 50% ਤਾਂ ਨੈਗੇਟਿਵਿਟੀ ਪਹਿਲੇ ਹੀ ਆ ਗਈ ਬਟ ਜੇ ਤੁਹਾਡਾ ਸਕੋਰ ਅੱਛਾ ਹੈਗਾ, ਤੁਹਾਡਾ 60 ਤੋਂ ਉੱਪਰ ਦਾ ਸਕੋਰ ਹੈਗਾ ਤਾਂ ਡੈਫੀਨਿਟਲੀ ਤੁਹਾਨੂੰ ਵੀਜ਼ਾ ਮਿਲਦਾ। ਹੁਣ ਦੂਸਰੀ ਗੱਲ ਰਹੀ ਕਿ ਰਿਫਿਊਜ਼ਡ ਕੇਸ ਨੋਨ SDS ਕੇਸ ਇੱਕ ਵਿੱਚੋਂ 5.5 ਉਹ ਵੀ ਨੋਨ SDS ਹੋਇਆ ਔਰ PT ਦਾ 60। ਸੋ PT ਮੈਂ ਕਹਾਂਗਾ ਕਿ ਨੋਨ SDS ਇੱਕ ਦੇ ਵਿੱਚੋਂ 5.5 ਦੇ ਤੋਂ ਭਾਰੀ ਪੈਂਦਾ। ਸੋ PT ਦੇ ਵਿੱਚ ਸਕਸੈਸ ਰੇਟ ਕਿਤੇ ਨਾ ਕਿਤੇ 60-70% ਜ਼ਰੂਰ ਰਹਿੰਦਾ ਕਿਉਂਕਿ ਕਈਆਂ ਦੇ ਨਾ ਸਮਝ ਸਵਾਲ ਆਉਣ ਲੱਗ ਪੈਂਦਾ ਕਿ PT ਦੁਬਾਰਾ ਕਰਨੀ ਚਾਹੀਦੀ ਜਾਂ ਫਿਰ IELTS ਨੂੰ ਆਪਟ ਕਰਨਾ ਚਾਹੀਦਾ। ਦੇਖੋ IELTS ਜੇ ਕਰ ਲਏ ਤਾਂ ਬੈਟਰ ਹੀ ਹੈ, ਨੋ ਡਾਊਟ IELTS ਇੱਕ ਬੈਟਰ ਆਪਸ਼ਨ ਹੈ ਲੇਕਿਨ ਉਹਦੇ ਵਿੱਚ ਜਿਹੜਾ ਤੁਹਾਡਾ ਟਾਰਗੇਟ ਰਹਿਣਾ ਚਾਹੀਦਾ ਉਹ 6.5 ਬੈਂਡ ਦਾ ਰਹਿਣਾ ਚਾਹੀਦਾ। ਜੇ ਤੁਹਾਡੀ ਪਹਿਲੇ ਰਿਫਿਊਜ਼ਲ ਆ ਗਈ ਸੀ ਤਾਂ ਜੇ ਰਿਫਿਊਜ਼ਲ ਨਹੀਂ ਆਈ ਹੈ ਤਾਂ ਤੁਸੀਂ 6 ਬੈਂਡ ਈਚ ਹਿੱਟ ਕਰੋ। ਵੀਜ਼ਾ ਦੀ ਗਾਰੰਟੀ ਸਾਡੀ ਹੈ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ 100% ਸਕਸੈਸ ਰੇਟ ਰਿਹਾ ਅੱਜ ਤੱਕ ਦਾ ਤਾਂ ਅੱਗੇ ਵੀ ਇਹੀ ਚੱਲਦਾ ਰਹੇਗਾ। ਤਾਂ ਡੈਫੀਨਿਟਲੀ ਜੇ ਇਦਾਂ ਲੱਗਦਾ ਕਿ ਤੁਹਾਨੂੰ ਮੈਂ IELTS ਨਹੀਂ ਕਲੀਅਰ ਕਰ ਸਕਦਾ ਤਾਂ PT ਵੱਲ ਤੁਸੀਂ ਜਾ ਸਕਦੇ ਹੋ ਬਟ ਕੋਸ਼ਿਸ਼ ਇਹ ਕਰਨੀ ਕਿ 60 ਤੋਂ ਉੱਪਰ ਦਾ ਟਾਰਗੇਟ ਅਸੀਂ ਹਿੱਟ ਕਰਨਾ ਜੀ। ਤੇ ਜਿਹੜੇ ਸਟੂਡੈਂਟਸ ਰਿਫਿਊਜ਼ ਹੋ ਚੁੱਕੇ ਨੇ ਉਹਨਾਂ ਨੂੰ ਉਹਨਾਂ ਦੀ ਕੀ ਅਪਰੋਚ ਹੋਣੀ ਚਾਹੀਦੀ ਹੈ ਕਿ ਐਜ਼ ਇਟ ਇਜ਼ ਕੇਸ ਲਾ ਦੇਣ ਜਾਂ ਫਿਰ ਕੋਈ ਚੇਂਜ ਓਵਰ ਕਰਨਾ ਚਾਹੀਦਾ ਹੈ? ਦੇਖੋ ਡੈਫੀਨਿਟਲੀ ਡਿਸਹਾਰਟਨ ਤਾਂ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਡੈਫੀਨਿਟਲੀ
ਹੁਣ ਅੱਗੇ ਮੂਵ ਕਰਨਾ ਚਾਹੀਦਾ। ਦੇਖੋ ਰਿਫਿਊਜ਼ਲਸ ਆਉਂਦੀਆਂ ਰਹਿੰਦੀਆਂ ਨੇ। ਕੈਨੇਡਾ ਇੱਕ ਐਸਏ ਐਮਬੈਸੀ ਹੈ ਜਿਹੜਾ ਕਿ 6-6 7-7 ਰਿਫਿਊਜ਼ਲਸ ਤੋਂ ਬਾਅਦ ਵੀ ਤੁਹਾਨੂੰ ਵੀਜ਼ਾ ਦਿੰਦਾ। ਸੋ ਮੈਨੂੰ ਲੱਗਦਾ ਉਹਨਾਂ ਦੀ ਅਪਰੋਚ ਇਹੀ ਹੋਣੀ ਚਾਹੀਦੀ ਹੈ, ਤਾਂ ਆਪਣਾ ਆਇਲਟਸ ਦਾ ਸਕੋਰ ਇੰਪਰੂਵ ਕਰ ਲਓ, ਪੀਟੀ ਕੀਤੀ ਸੀ ਉਹਦਾ ਸਕੋਰ ਇੰਪਰੂਵ ਕਰ ਲਓ, ਜਾਂ ਫਿਰ ਜੇ ਗੈਪ ਜ਼ਿਆਦਾ ਬਣ ਗਿਆ ਤਾਂ ਟਰਾਈ ਕਰੋ ਕਿ ਕੁਛ ਨਾ ਕੁਛ ਆਪਣਾ ਗੈਪ ਫਿਲ, ਜਿਵੇਂ ਸਟੱਡੀ ਦੇ ਨਾਲ ਗੈਪ ਫਿਲ ਕਰੋ, ਫਿਰ ਉਸ ਤੋਂ ਬਾਅਦ ਗ੍ਰੈਜੂਏਸ਼ਨ ਕਰ ਲਓ, ਉਸ ਤੋਂ ਬਾਅਦ 6.5 ਬੈਂਡ ਲੈ ਕੇ ਆਪਣਾ ਦੁਬਾਰਾ ਲਗਾਓ। ਬਟ ਇਹ ਨਹੀਂ ਹੈ ਕਿ ਅਸੀਂ ਇੱਕ ਵਾਰ ਰਿਫਿਊਜ਼ਲ ਆ ਗਈ ਤਾਂ ਦੁਬਾਰਾ ਵੀਜ਼ਾ ਨਹੀਂ ਹੋ ਸਕਦਾ। 8-8 10-10 ਰਿਫਿਊਜ਼ਲਸ ਹੋਣ ਤੋਂ ਬਾਅਦ ਵੀ ਸਾਨੂੰ ਅੱਛੇ ਖਾਸੇ ਵੀਜ਼ਾਸ ਦੇਖਣ ਨੂੰ ਮਿਲਦੇ ਨੇ ਜੀ। ਜੀ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜਿਹੜੇ ਦਰਸ਼ਕ ਨੇ, ਜਿਹੜੇ ਸਟੂਡੈਂਟਸ ਨੇ, ਉਹ ਅਮਿਤ ਜੀ ਤੋਂ ਕੋਈ ਸਲਾਹ ਲੈਣਾ ਚਾਹੁੰਦੇ ਨੇ ਤਾਂ ਡਾਇਰੈਕਟ ਉਹਨਾਂ ਦੇ ਜਿਹੜੇ ਹੈੱਡ ਆਫਿਸ ਹੈ ਮੋਹਾਲੀ ਵਿੱਚ, ਉੱਥੇ ਜਾ ਕੇ ਵੀ, ਉੱਥੇ ਵਾਕ ਕਰਕੇ ਵੀ ਆਪਣੀ ਜੋ ਪ੍ਰੋਬਲਮਸ ਨੇ, ਆਪਣੀ ਜੋ ਕੰਡੀਸ਼ਨਸ ਉਹ ਦੱਸ ਸਕਦੇ ਨੇ ਤੇ ਆਪਣੀ ਜੋ ਪ੍ਰੋਬਲਮਸ ਉਹਨਾਂ ਨੂੰ ਸੋਲਵ ਕਰ ਸਕਦੇ ਨੇ। ਤੇ ਜਿਹੜਾ ਅਗਲਾ ਸਾਡਾ ਸਵਾਲ ਹੈ ਕਿ ਫਾਈਨੈਂਸ਼ੀਅਲ ਦੇ ਚੱਲਦੇ ਬਹੁਤ ਸਾਰੇ ਰਿਫਿਊਜ਼ਲਸ ਚੱਲ ਰਹੇ ਨੇ, ਉਸ 'ਚ ਕੀ ਤੁਸੀਂ ਕਹਿਣਾ ਚਾਹੋਗੇ? ਜੀ ਫਾਈਨੈਂਸ਼ੀਅਲਸ ਦੇ ਚੱਲਦੇ ਰਿਫਿਊਜ਼ਲਸ ਆਉਂਦੀਆਂ ਨੇ। ਅੱਜ ਤੋਂ ਅਗਰ ਅਸੀਂ ਗੱਲ ਕਰੀਏ ਕਿ 6 ਮਹੀਨੇ ਪਹਿਲੇ ਜਾਂ 2-3 ਇਨਟੇਕਸ ਪਹਿਲੇ ਗੱਲਬਾਤ ਹੋਰ ਸੀਗੀ, ਬਟ ਅੱਜ ਦੀ ਡੇਟ ਦੇ ਵਿੱਚ ਫਾਈਨੈਂਸ਼ੀਅਲ ਬਹੁਤ ਜ਼ਿਆਦਾ ਮੈਟਰ ਕਰਦਾ ਹੈ। ਤੁਹਾਡੀ ਐਟਲੀਸਟ ਦੇਖੋ GIC ਤੁਸੀਂ ਜਮ੍ਹਾਂ ਕਰਾਤੀ SDS ਕੇਸ ਦੇ ਵਿੱਚ, ਤੁਹਾਨੂੰ ਲੱਗਦਾ ਕਿ ਮੇਰਾ ਕੇਸ ਕੰਪਲੀਟ ਹੋ ਗਿਆ, ਬਟ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਅੱਜ ਦੀ ਡੇਟ ਦੇ ਵਿੱਚ ਕੰਪੀਟੀਸ਼ਨ ਬਹੁਤ ਵੱਡਾ ਹੈ ਜੀ। ਬਹੁਤ ਹਜ਼ਾਰੋਂ ਫਾਈਲਾਂ ਲੱਗ ਰਹੀਆਂ ਔਰ ਐਸੇ ਘਰਾਂ ਤੋਂ ਫਾਈਲਾਂ ਲੱਗ ਰਹੀਆਂ ਜਿਹੜੇ ਕਿ ਕਰੋੜਪਤੀ ਘਰ ਨੇ। ਸੋ ਡੈਫੀਨੇਟਲੀ ਐਸੇ ਜੋ ਸਟੂਡੈਂਟਸ ਤੁਹਾਡੇ ਲਾਈਨ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਨੂੰ ਪ੍ਰੈਫਰੈਂਸ ਜ਼ਿਆਦਾ ਦਿੱਤੀ ਜਾਏਗੀ। ਬਟ ਹਾਂ, ਜੇ ਤੁਹਾਡਾ SDS ਕੇਸ ਹੈਗਾ, 6-6.5 ਬੈਂਡ ਹੈਗੇ, ਤੁਸੀਂ ਅਗਲੇ ਸਾਲ ਦੀ ਫੀਸ ਆਪਣੇ ਫੰਡ ਦੇ ਵਿੱਚ ਫੰਡਸ ਸ਼ੋ ਕਰਦੇ ਹੋ ਤਾਂ ਡੈਫੀਨੇਟਲੀ ਤੁਹਾਨੂੰ ਵੀ ਉਨੀ ਵੇਟੇਜ ਮਿਲੇਗੀ। ਸੋ ਫੰਡਸ ਦਾ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਫੰਡਸ ਤੋਂ ਬਗੈਰ ਅੱਜ ਦੀ ਡੇਟ ਦੇ ਵਿੱਚ, ਔਰ ਫੰਡਸ ਦਾ ਸੋਰਸ ਕੀ ਹੈਗਾ ਤੁਹਾਡਾ, ਇਹ ਵੀ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਅਗਰ ਇਹ ਸਾਰੀ ਚੀਜ਼ਾਂ ਆਪਣੇ ਕੋਲ ਹੈਗੀਆਂ ਤਾਂ ਡੈਫੀਨੇਟਲੀ ਸਕਸੈਸ ਰੇਟ ਜਿਹੜਾ ਹੈਗਾ ਤੁਹਾਡਾ ਬਹੁਤ ਵਧੀਆ ਮੇਨਟੇਨ ਕੀਤਾ ਜਾਂਦਾ। ਇਹ ਮੈਂ ਕਹਿ ਸਕਦਾ ਅੱਜ ਦੀ ਡੇਟ ਦੇ ਵਿੱਚ ਫੰਡਸ ਦਾ ਬਹੁਤ ਜ਼ਿਆਦਾ ਇੰਪੋਰਟੈਂਸ ਹੈਗਾ। ਤੇ ਸਰ GIC ਦੇਣੀ ਨੋਨ SDS ਕੇਸ ਵਿੱਚ ਕਿੰਨੀ ਕੁ ਜ਼ਰੂਰੀ ਹੈ ਵੈਸੇ? ਦੇਖੋ GIC SDS ਕੇਸ ਦੇ ਵਿੱਚ ਤਾਂ ਜ਼ਰੂਰੀ ਹੈ ਹੀ, ਉਹਦੇ ਵਿੱਚ ਤਾਂ ਜਿਹੜਾ ਮੈਂ ਤੁਹਾਨੂੰ ਦੱਸਿਆ। ਨੋਨ SDS ਕੇਸ ਦੇ ਵਿੱਚ ਵੀ ਅਗਰ ਤੁਸੀਂ GIC ਜਮ੍ਹਾਂ ਕਰਾਉਂਦੇ ਹੋ ਤਾਂ ਡੈਫੀਨੇਟਲੀ ਇਹ ਤੁਹਾਨੂੰ ਇੱਕ ਹੈਲਪ ਮਿਲੇਗੀ। ਤੁਹਾਡੇ ਫਾਈਨੈਂਸ, ਜਿਵੇਂ ਮੈਂ ਕਿਹਾ ਕਿ ਫਾਈਨੈਂਸ਼ੀਅਲਸ ਜ਼ਰੂਰੀ ਹੈ, ਤੁਸੀਂ ਫੀ ਪੇ ਕਰਤੀ, GIC ਪੇ ਕਰਤਾ, ਔਰ ਉਸ ਤੋਂ ਬਾਅਦ ਨਾਲ ਹੀ ਨਾਲ ਤੁਸੀਂ ਫਾਈਨੈਂਸ਼ੀਅਲਸ ਵੀ ਆਪਣੇ ਸ਼ੋ ਕਰ ਰਹੇ ਹੋ ਕਿ ਨੈਕਸਟ ਈਅਰ ਦੀ ਫੀਸ ਵੀ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪਈ ਹੈ, ਨੈਕਸਟ ਈਅਰ ਦੇ ਲਿਵਿੰਗ ਐਕਸਪੈਂਸ ਵੀ ਤੁਹਾਡੇ ਅਕਾਊਂਟ ਦੇ ਵਿੱਚ ਪਏ ਹੈ। ਤਾਂ ਇਸ ਚੀਜ਼ ਨੂੰ ਵੀਜ਼ਾ ਅਫਸਰ ਜ਼ਰੂਰ ਵੇਟੇਜ ਦਿੰਦਾ ਔਰ ਇਹਦੇ ਨਾਲ ਵੀਜ਼ਾ ਵਿੱਚ ਜ਼ਰੂਰ ਤੁਹਾਨੂੰ ਹੈਲਪ ਮਿਲਦੀ ਹੈ। ਇੱਕ ਕਾਲਰ ਨਾਲ ਜੁੜਨਾ ਚਾਹੁੰਦੇ ਨੇ ਜੀ, ਸਪੀਕਰ ਤੇ ਲਾਉਂਗੇ ਪਲੀਜ਼। ਕਾਲ ਸ਼ਾਇਦ ਕੱਟ ਗਿਆ, ਕਾਲ ਸ਼ਾਇਦ। ਤੇ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਜੁੜਨਾ ਚਾਹੁੰਦੇ ਸੀ, ਸਾਨੂੰ ਦੁਬਾਰਾ ਕਾਲ ਕਰ ਸਕਦੇ ਨੇ, ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜ ਸਕਦੇ ਨੇ ਜੀ। ਤੇ ਸਰ ਕਾਲ ਆ ਰਹੀ ਹੈ, ਕਾਲ ਲੈ ਲਈ ਇੱਕ ਵਾਰ ਜੀ। ਹੈਲੋ ਹੈਲੋ, ਹਾਂਜੀ ਸਰ, ਆਪਣਾ ਨਾਮ ਦੱਸੋ। ਮੈਂ ਕਮਲਪ੍ਰੀਤ ਗੱਲ ਕਰ ਰਿਹਾ। ਹਾਂਜੀ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਮੈਂ ਸ਼ਾਹਬਾਦ ਤੋਂ ਗੱਲ ਕਰ ਰਿਹਾ ਜੀ। ਕਮਲਪ੍ਰੀਤ ਜੀ, ਆਪਣਾ ਸਵਾਲ ਪੁੱਛੋ ਸਰ ਤੋਂ। ਮੈਂ PT ਕੀਤੀ ਹੋਈ ਹੈ ਜੀ ਜੀ। ਤੇ ਓਵਰਆਲ ਮੇਰੇ 56 ਸਕੋਰ ਨੇ ਮੈਮ। ਤੇ ਮੈਮ ਮੇਰਾ 2 ਟਾਈਮ ਰਿਫਿਊਜ਼ ਹੈ। ਅੱਛਾ ਜੀ। ਤੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਕਿ ਪਲੱਸ 2 ਕੀਤਾ ਹੈ, ਗ੍ਰੈਜੂਏਸ਼ਨ ਕੀਤੀ ਹੋਈ ਹੈ? ਸਰ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ। ਕਿੰਨਾ ਸਕੋਰ ਦੱਸਿਆ ਤੁਸੀਂ? ਸਰ 56। 56। ਦੇਖੋ ਸਕੋਰ ਤੁਹਾਡਾ ਥੋੜਾ ਘੱਟ ਹੈ, ਇਹਨੂੰ ਥੋੜਾ ਇੰਪਰੂਵ ਕਰੋ, ਕਿਉਂਕਿ ਜੇ ਤੁਸੀਂ ਪਲੱਸ 2 ਕੀਤੀ ਹੁੰਦੀ ਫਿਰ ਤਾਂ ਇਹ ਸਕੋਰ ਬੜਾ ਵਧੀਆ ਸੀਗਾ। ਬਟ ਅੱਜ ਜਿਹੜਾ ਵੀਜ਼ਾ ਟ੍ਰੈਂਡ ਚੱਲ ਰਿਹਾ ਉਹਦੇ ਹਿਸਾਬ ਨਾਲ ਤੁਹਾਨੂੰ ਐਟਲੀਸਟ 60 ਦਾ ਸਕੋਰ ਤਾਂ ਤੁਹਾਨੂੰ ਚਾਹੀਦਾ। ਸੋ ਥੋੜਾ ਜਿਹਾ ਇੰਪਰੂਵ ਕਰੋ। ਜੇ ਆਇਲਟਸ ਕਰ ਸਕਦੇ ਹੋ ਤਾਂ ਬਹੁਤ ਵਧੀਆ ਹੋ ਜਾਏਗਾ। 6.5 ਬੈਂਡ ਲਿਆਓ ਵੀਜ਼ਾ। ਤੇ ਗ੍ਰੈਜੂਏਸ਼ਨ ਵਿੱਚ ਮਾਰਕਸ ਕਿੰਨੇ ਨੇ ਤੁਹਾਡੇ? ਤੇ ਗ੍ਰੈਜੂਏਸ਼ਨ ਮੇਰੇ 63% ਨੇ। ਬਹੁਤ ਵਧੀਆ, ਪ੍ਰੋਫਾਈਲ ਤੁਹਾਡੀ ਬਹੁਤ ਵਧੀਆ। ਬਟ ਬਸ ਜਰਾ ਜਿਹਾ ਤੁਸੀਂ ਲੈਂਗੁਏਜੇਬਿਲਟੀ 'ਚ ਆਪਣਾ ਕੰਮ ਕਰੋ, PT ਦੁਆਰਾ ਕਰੋ 60 ਮਾਰਕਸ, ਜਾਂ ਫਿਰ ਤੁਸੀਂ ਆਇਲਟਸ ਕਰ ਲਓ 6.5 ਬੈਂਡ ਦੇ ਨਾਲ। ਵੀਜ਼ਾ ਤੁਹਾਡਾ ਸਕਸੈਸ 100% ਮਿਲੇਗਾ ਤੁਹਾਨੂੰ। ਸਰ ਕੰਸਲਟੈਂਟ ਕਹੀ ਜਾਂਦੇ ਨੇ ਹੋ ਜਾਏਗਾ ਇਸੇ ਸਕੋਰ ਤੇ। ਨਹੀਂ ਦੇਖੋ ਪਤਾ ਕੀ ਹੈ, ਕਹਿੰਦੇ ਤਾਂ ਬਹੁਤ ਸਾਰੇ, ਬਟ ਸਹੀ ਸਲਾਹ ਦੇਣਾ ਸਾਡਾ ਕੰਮ ਹੈ। ਸਹੀ ਸਲਾਹ ਦੇਣਾ, ਜਦ ਤੱਕ ਸਹੀ ਸਲਾਹ ਦੇ ਨਾਲ ਨਹੀਂ ਚੱਲੋਗੇ, ਤੁਸੀਂ 6 ਵਾਰ ਫਾਈਲ ਲਗਾ ਲਓ, 7 ਵਾਰ ਫਾਈਲ ਲਗਾ ਲਓ, ਨਹੀਂ ਤੁਹਾਡੇ ਸਕਸੈਸ ਨਹੀਂ ਮਿਲ ਸਕਦੀ। ਔਰ ਤੁਹਾਨੂੰ ਪਤਾ ਹੈ ਕਿ ਇੱਕ ਵਾਰ ਕੇਸ ਲਗਾਉਣ ਤੇ ਰਿਫਿਊਜ਼ ਹੋਣ ਤੇ ਤੁਹਾਨੂੰ ਐਟਲੀਸਟ 40-50 ਹਜ਼ਾਰ ਦਾ ਨੁਕਸਾਨ ਹੋ ਜਾਂਦਾ। ਸੋ ਮੇਰੀ ਤੁਹਾਡੇ ਨਾਲ ਇਹੀ ਗੁਜ਼ਾਰਿਸ਼ ਹੈ, ਆਪਣਾ PT ਦਾ ਸਕੋਰ ਇੰਪਰੂਵ ਕਰੋ। ਗਲਤ ਸਲਾਹ ਨਹੀਂ ਮਿਲੀ, PT ਦਾ ਸਕੋਰ ਇੰਪਰੂਵ ਕਰੋ ਜਾਂ ਫਿਰ ਆਪਣਾ ਆਇਲਟਸ ਕਰੋ, ਤਾਂ ਤੁਹਾਨੂੰ ਜ਼ਰੂਰ ਸਕਸੈਸ ਮਿਲੇਗੀ। ਠੀਕ ਹੈ, ਥੈਂਕ ਯੂ ਸਰ ਜੀ। ਕਮਲਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਬੋਲ ਦਈਏ ਕਿ ਇਸ ਵਿੱਚ ਤੁਸੀਂ ਸਾਡਾ ਟਾਕ ਸ਼ੋ ਵੇਖ ਰਹੇ ਹੋ, ਸਪੈਸ਼ਲ ਟਾਕ ਸ਼ੋ ਰਿਗਾਰਡਿੰਗ ਕੈਨੇਡਾ ਸਟੱਡੀ ਵੀਜ਼ਾ, ਤੇ ਸਾਡੇ ਨਾਲ ਮੌਜੂਦ ਨੇ ਅਮਿਤ ਬੁੰਦੇਲਾ ਜੀ। ਤੇ ਬੁੰਦੇਲਾ ਜੀ, ਇੱਕ ਤੁਸੀਂ ਜੋ ਗੱਲ ਕੀਤੀ ਕਿ ਤੁਹਾਡਾ ਜੋ ਸਕਸੈਸ ਰੇਟ ਹੈ 100% ਹੈ, ਤੁਸੀਂ ਕਿਵੇਂ ਕਹਿਣਾ ਚਾਹੋਗੇ ਕਿ ਤੁਸੀਂ ਬਾਕੀਆਂ ਨਾਲ ਕਿਵੇਂ ਵਧੀਆ ਹੋ? ਦੇਖੋ ਬਾਕੀਆਂ ਨਾਲ ਵਧੀਆ ਵਾਲੀ ਗੱਲ ਤਾਂ ਚਲੋ ਮੈਂ ਇਹ ਚੀਜ਼ ਨਹੀਂ ਕਹਿਣਾ ਚਾਹੁੰਦਾ ਕਿ ਆਪਣਾ ਹੀ, ਲੇਕਿਨ ਜਿਹੜਾ ਸਕਸੈਸ ਰੇਟ ਜਿਹੜਾ ਹੈਗਾ ਉਹ ਹੈਗਾ, ਹਾਂਜੀ, ਜੋ ਕਿ ਪ੍ਰੂਵਡ ਹੈ। ਸਾਡੇ
ਮੈਂ ਹੁਣੇ ਲਾਈਵ ਤੇ ਜਿਵੇਂ ਤੁਹਾਨੂੰ ਦੁਬਾਰਾ ਵੀ ਕਹਿ ਦਿੰਦਾ ਕਿ ਮਈ ਇਨਟੇਕ ਔਰ ਸੈਪਟੰਬਰ ਇਨਟੇਕ ਦੇ ਵਿੱਚ ਸਾਡਾ ਇੱਕ ਵੀ ਰਿਫਿਊਜ਼ਲ ਹੁਣ ਤੱਕ ਨਹੀਂ ਹੈ। ਸੋ ਇਹ ਚੀਜ਼ ਪ੍ਰੂਵਡ ਹੈ, ਲਾਈਵ ਸ਼ੋ ਚੱਲ ਰਿਹਾ ਹੈ। ਕਿਸੇ ਦਾ ਰਿਫਿਊਜ਼ਲ ਆਇਆ ਐਸਡੀਐਸ ਕੇਸ, ਕਿਸੇ ਨੇ ਵੀਬੀ ਵੀਜ਼ਾ ਤੋਂ ਅਪਲਾਈ ਕੀਤਾ ਹੋਏ ਕਿਸੇ ਵੀ ਬ੍ਰਾਂਚ ਤੋਂ ਔਰ ਉਹਦਾ ਰਿਫਿਊਜ਼ਲ ਆ ਗਿਆ ਹੋਵੇ ਤਾਂ ਲਾਈਵ ਵਿੱਚ ਹੁਣੇ ਕਮੈਂਟ ਕਰਕੇ ਦੇ ਦੇ ਔਰ ਵੈਰੀਫਾਈ ਕਰਵਾ ਦੇ ਕਿ ਵੀਬੀ ਤੋਂ ਮੈਂ ਕੇਸ ਲਗਵਾਇਆ ਸੀਗਾ ਔਰ ਮੇਰਾ ਰਿਫਿਊਜ਼ਲ ਆ ਗਿਆ। ਜੋ ਕਹੋਗੇ ਉਹ ਕਰਨ ਨੂੰ ਤਿਆਰ ਹੈਗੇ ਆ। ਸੋ 100% ਸਕਸੈਸ ਰੇਟ ਮੇਨਟੇਨ ਹੈ। ਔਰ ਜਿਹੜੇ ਵੀਜ਼ਾਜ਼ ਆਏ ਨੇ ਉਹ ਸਾਡੇ YouTube ਚੈਨਲ, ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਾਰੇ ਪਏ ਨੇ, ਜਾ ਕੇ ਸਟੂਡੈਂਟਸ ਵਿਜ਼ਿਟ ਕਰ ਸਕਦੇ ਨੇ ਔਰ ਉਹਦਾ ਪ੍ਰੂਫ ਉਹਨਾਂ ਨੂੰ ਮਿਲ ਜਾਏਗਾ। ਤੇ ਤੁਸੀਂ ਇਹ ਵੀ ਦੱਸਿਆ ਕਿ ਤੁਸੀਂ ਕੈਨੇਡਾ ਵਿੱਚ ਵੀ ਸਟੂਡੈਂਟਸ ਨੂੰ ਕਾਫੀ ਗਾਈਡ ਕਰ ਰਹੇ ਹੋ, ਕਿਸ ਹਿਸਾਬ ਨਾਲ ਤੁਸੀਂ ਗਾਈਡ ਕਰਦੇ ਹੋ ਸਟੂਡੈਂਟਸ ਨੂੰ? ਦੇਖੋ ਕੈਨੇਡਾ ਦੇ ਵਿੱਚ ਅਸੀਂ ਹਲੇ ਐਜੂਕੇਸ਼ਨ ਦੀ ਸਰਵਿਸ ਨਹੀਂ ਦੇ ਰਹੇ। ਸਾਡਾ ਮੇਨ ਜਿਹੜਾ ਮਕਸਦ ਹੈਗਾ ਕੈਨੇਡਾ ਦੇ ਵਿੱਚ ਆਪਣੀ ਬ੍ਰਾਂਚ ਖੋਲਣ ਦਾ, ਸਭ ਤੋਂ ਪਹਿਲਾਂ ਇਹ ਤੇ ਅਸੀਂ ਸਿਰਫ ਐਜੂਕੇਸ਼ਨ ਵਿੱਚ ਡੀਲ ਨਹੀਂ ਕਰਦੇ, ਅਸੀਂ ਟੂਰਿਸਟ ਵੀਜ਼ਾ ਔਰ ਪੀਆਰ ਦੇ ਵਿੱਚ ਵੀ ਡੀਲ ਕਰਦੇ ਹਾਂ। ਸੋ ਸਾਡਾ ਮੇਨ ਮਕਸਦ ਹੁੰਦਾ ਹੈ ਕਿ ਇੱਕ ਵਾਰ ਸਟੂਡੈਂਟ ਜਾਂ ਫਿਰ ਟੂਰਿਸਟ ਵੀਜ਼ਾ ਤੇ ਕੋਈ ਪਹੁੰਚ ਗਿਆ, ਉਸ ਤੋਂ ਬਾਅਦ ਉਹਨੇ ਵਰਕ ਵੀਜ਼ਾ ਦੇ ਵਿੱਚ ਉਹਨੂੰ ਕਨਵਰਟ ਕਰਾਣਾ, ਜਾਂ ਫਿਰ ਸਟੂਡੈਂਟ ਨੂੰ ਕਈ ਵਾਰ ਐਸੀ ਦਿੱਕਤਾਂ ਆਉਂਦੀਆਂ ਕਿ ਉੱਥੇ ਰਹਿਣ ਨੂੰ ਜਗ੍ਹਾ ਨਹੀਂ ਮਿਲ ਪਾਉਂਦੀ, ਜੌਬ ਨਹੀਂ ਮਿਲ ਪਾਉਂਦੀ, ਜਾਂ ਫਿਰ ਸਹੀ ਗਾਈਡੈਂਸ ਨਹੀਂ ਮਿਲ ਪਾਉਂਦੀ। ਵੈਸੇ ਤਾਂ ਜ਼ਿਆਦਾਤਰ ਦੇ ਰਿਸ਼ਤੇਦਾਰ ਹੁੰਦੇ ਨੇ, ਬਟ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਗਾਈਡੈਂਸ ਦੀ ਜ਼ਰੂਰਤ ਹੁੰਦੀ। ਸੋ ਉੱਥੇ ਸਾਡਾ ਮੇਨ ਫੋਕਸ ਰਹਿੰਦਾ ਕਿ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ। ਤੇ ਬੇਸਿਕਲੀ ਅਸੀਂ ਵੇਖਦੇ ਪੰਜਾਬ ਦੇ ਕਿਹੜੇ, ਸ਼ਾਇਦ ਇੱਕ ਕਾਲ ਹੋਰ ਆ ਰਹੀ ਹੈ। ਜੀ ਜੀ ਜ਼ਰੂਰ। ਹੈਲੋ ਹੈਲੋ, ਹਾਂਜੀ ਸਰ, ਆਪਣਾ ਨਾਮ ਦੱਸੋ। ਮੇਰਾ ਨਾਮ ਪਰਮਵੀਰ ਸਿੰਘ ਹੈ ਜੀ। ਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਮੈਂ ਪਟਿਆਲਾ ਤੋਂ ਗੱਲ ਕਰ ਰਿਹਾ ਮੈਮ। ਜੀ ਆਪਣਾ ਸਵਾਲ ਪੁੱਛ ਸਕਦੇ ਹੋ ਤੁਸੀਂ ਸਰ ਤੋਂ। मैंने ना मेरी प्रोफाइल डिस्कस करनी है। मेरे ना एक में 5.5 है और 3 में मेरे 6 है, 3 मॉड्यूल में। अच्छा जी। तो मेरी एलिजिबिलिटी बनती है +2 करी हुई है मैंने, 56% है मेरे +2 में, आर्ट्स स्ट्रीम है। अपना एक बार नाम दोबारा दसोगे? परमवीर। परमवीर सिंह। परमवीर जी देखो एलिजिबिलिटी तो ਤੁਹਾਡੀ ਬਣਦੀ ਹੈ ਡੈਫੀਨਿਟਲੀ, ਕੋਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਤੁਹਾਡੇ +2 ਦੇ ਸਕੋਰਸ ਵੀ ਅੱਛੇ ਹੈ ਔਰ ਓਵਰਆਲ 6 ਬੈਂਡ ਹੈਗਾ ਤੁਹਾਡਾ, ਠੀਕ ਹੈ। ਬਟ ਜੇ ਇੰਪਰੂਵ ਕਰ ਸਕਦੇ ਹੋ, ਪਿਛਲੀ ਕਾਲ ਵੀ ਇੱਕ ਪੀਟੀ ਦੇ ਰਿਗਾਰਡਿੰਗ ਸੀ, ਉਹਦੇ ਨੂੰ ਵੀ ਅਸੀਂ ਇਹੀ ਸਲਾਹ ਦਿੱਤੀ ਸੀਗੀ, ਜੇ ਇੰਪਰੂਵ ਕਰ ਸਕਦੇ ਹੋ ਬਹੁਤ ਅੱਛਾ ਚਾਂਸ ਮਿਲੇਗਾ। ਤੁਸੀਂ +2 ਕੀਤੀ ਕਦੋਂ ਹੈ, ਕਿੰਨਾ ਗੈਪ ਹੈ ਤੁਹਾਡਾ? मेरी जी +2 2020 में करी मैंने, 2020 ਚ ਕੀਤੀ ਹੈ। ਸੋ ਹੁਣ ਤਾਂ ਫਿਰ ਤੁਹਾਨੂੰ ਫਾਈਲ ਲਗਾਣੀ ਪਏਗੀ ਕਿ ਨਾਲ ਦੀ ਨਾਲ ਗੈਪ ਬੰਦਾ ਜਾਏ। ਨਾਲ ਕਰ ਕੀ ਰਹੇ ਹੋ ਤੁਸੀਂ ਹੁਣ? ਕੀ ਜੌਬ ਕਰ ਰਹੇ ਹੋ ਜਾਂ ਫਿਰ ਪੜ੍ਹਾਈ ਕੰਟੀਨਿਊ? करता मैं कुछ नहीं रहा, ਹਾਲੇ ਕੁਝ ਨਹੀਂ ਕਰ ਰਹੇ? नहीं बेला मैं फ्री है जी। ਚਲੋ ਫਿਰ ਇੱਕ ਵਾਰ ਤੁਸੀਂ ਆ ਕੇ ਮੈਨੂੰ ਆਫਿਸ 'ਚ ਮਿਲੋ, ਉੱਥੇ ਤੁਹਾਡੀ ਪ੍ਰੋਫਾਈਲ ਦੇਖਾਂਗੇ ਪੂਰੀ। जी ਤੁਸੀਂ ਮੁਹੱਲੇ 'ਚ ਮਿਲ ਸਕਦੇ ਹੋ ਮੈਨੂੰ। ठीक है जी, ओके ਜੀ ਜੀ, ਉੱਥੇ ਆ ਕੇ ਮਿਲੋ 10 ਤੋਂ ਲੈ ਕੇ 6 ਵਜੇ ਤੱਕ। ਜੀ ਜੀ, ਹੋਰ ਕੋਈ ਸਵਾਲ? ਜੀ ਜੀ नहीं नहीं सर, थैंक यू ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਸਰ, ਅਸੀਂ ਗੱਲ ਕਰ ਰਹੇ ਸੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਸੀ ਕਿ ਜਿਹੜੇ ਸਟੂਡੈਂਟਸ ਨੇ ਕਿਹੜੇ ਮਤਲਬ ਜ਼ਿਲ੍ਹੇ ਤੋਂ, ਕਿਹੜੇ ਰੀਜਨ ਤੋਂ ਜ਼ਿਆਦਾ ਆਉਂਦੇ ਨੇ ਤੁਹਾਡੇ ਕੋਲ? ਦੇਖੋ ਜ਼ਿਆਦਾਤਰ ਸਾਡੇ ਪੰਜਾਬ ਦੇ ਵਿੱਚ ਬ੍ਰਾਂਚਿਸ ਹੈ, ਜਿਵੇਂ ਤੁਸੀਂ ਬ੍ਰਾਂਚਿਸ ਹੁਣੇ ਅਨਾਉਂਸ ਵੀ ਕੀਤੀ ਸੀ, ਬਟ ਹਰਿਆਣਾ ਵਾਲੇ ਸਟੂਡੈਂਟਸ ਵੀ ਬਹੁਤ ਸਾਰੇ ਸਾਡੇ ਕੋਲ ਵਿਜ਼ਿਟ ਕਰ ਰਹੇ ਨੇ ਜੀ। ਔਰ ਸਕਸੈਸ ਰੇਟ ਜਿਵੇਂ ਸਾਡਾ ਸਭ ਨੂੰ ਪਤਾ, ਸੋ ਇਸ ਵਜ੍ਹਾ ਦੇ ਨਾਲ ਕਾਫੀ ਸਾਰੀ ਵਾਕਿੰਗਸ ਹੋ ਰਹੀਆਂ ਤੇ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਚਾਹੇ ਆਨਲਾਈਨ ਉਹਨਾਂ ਨੂੰ ਅਸੀਂ ਅਸੈਸਮੈਂਟ ਦੇ ਦਈਏ ਜਾਂ ਫਿਰ ਅਗਰ ਨਹੀਂ, ਜਿਵੇਂ ਕੋਈ ਨਹੀਂ ਆ ਸਕਦਾ ਦੂਰ ਪਾਰ ਤੋਂ, ਜੰਮੂ ਤੋਂ ਹੈ ਕੋਈ ਜਾਂ ਫਿਰ ਦੂਰ ਦੇ ਇਲਾਕੇ ਤੋਂ, ਤਾਂ ਉਹਨਾਂ ਨੂੰ ਆਨਲਾਈਨ ਵੀ ਅਸਿਸਟੈਂਟ ਦੇ ਦਈਦੀ ਹੈ ਔਰ ਉਹਦਾ ਵੀ ਕਾਫੀ ਵਧੀਆ ਐਕਸਪੀਰੀਅੰਸ ਹੈ ਰਿਹਾ ਜੀ। ਤੇ ਇੱਕ ਵਾਰ ਫਿਰ ਤੋਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਸਾਡੇ ਨਾਲ ਇੱਥੇ ਲਾਈਵ ਜੁੜਨਾ ਚਾਹੁੰਦੇ ਹੋ, ਤੁਹਾਡੇ ਮਨ 'ਚ ਵੀ ਕੋਈ ਸਵਾਲ ਉੱਠ ਰਹੇ ਨੇ, ਤੁਸੀਂ ਅਮਿਤ ਜੀ ਤੋਂ ਆਪਣੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਅਸੀਂ ਥੱਲੇ ਸਕਰੀਨ ਦੇ ਨੰਬਰ ਦਿੱਤੇ ਹੋਏ ਨੇ, ਤੁਸੀਂ ਸਾਨੂੰ ਇਸ ਵੇਲੇ ਕੰਟੈਕਟ ਕਰ ਸਕਦੇ ਹੋ ਜੀ। ਇਸ ਵੇਲੇ ਅਸੀਂ ਤੁਹਾਡੇ ਨਾਲ ਬਿਲਕੁਲ ਲਾਈਵ ਜੁੜੇ ਹੋਏ ਹਾਂ ਤੇ ਸਾਡੇ ਨਾਲ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਵੀ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ। ਤੇ ਅਮਿਤ ਜੀ, ਇੱਕ ਤੁਸੀਂ ਸਰਪ੍ਰਾਈਜ਼ ਬਾਰੇ ਵੀ ਗੱਲ ਕੀਤੀ ਸੀਗੀ, ਸਰਪ੍ਰਾਈਜ਼ ਕੀ ਹੈ? ਸਰਪ੍ਰਾਈਜ਼ ਇਹ ਹੈਗਾ ਸਟੂਡੈਂਟਸ ਲਈ, ਜਿਹੜੇ ਸਟੂਡੈਂਟਸ ਹੁਣੇ ਸਾਡੇ ਨਾਲ ਜੁੜੇ ਉਹਨਾਂ ਨੂੰ ਵੀ ਦੱਸਦਾ ਸਭ ਨੂੰ ਜੀ ਕਿ ਜਿੰਨੇ ਵੀ ਵੀਜ਼ਾਸ ਆਣਗੇ, ਚਾਹੇ ਐਸਡੀਐਸ ਕੇਸ ਹੈ ਚਾਹੇ ਨੋਨ ਐਸਡੀਐਸ ਕੇਸ ਹੈ, ਸਭ ਨੂੰ ਇੱਕ ਫ੍ਰੀ ਲੈਪਟਾਪ ਦਿੱਤਾ ਜਾਏਗਾ ਜੀ। ਇੱਕ ਚੀਜ਼ ਹੋਰ ਮੈਂ ਅਨਾਉਂਸ ਕਰਨਾ ਚਾਹੁੰਦਾ ਇੱਥੇ ਕਿ ਜਿੰਨੇ ਵੀ ਐਸਡੀਐਸ ਕੇਸ ਨੇ ਉਹਨਾਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਸੈਸਿੰਗ ਫੀਸ ਅਸੀਂ ਵੀਜ਼ਾ ਤੋਂ ਪਹਿਲੇ ਔਰ ਵੀਜ਼ਾ ਤੋਂ ਬਾਅਦ ਨਹੀਂ ਚਾਰਜ ਕਰ ਰਹੇ, ਔਰ ਉਸ ਤੋਂ ਇਲਾਵਾ ਉਹਨਾਂ ਨੂੰ ਇੱਕ ਲੈਪਟਾਪ ਜ਼ਰੂਰ ਦਿੱਤਾ ਜਾਏਗਾ ਜਿੰਨੇ ਵੀ ਵੀਜ਼ਾਸ ਆਣਗੇ। ਸੋ ਇਹ ਇੱਕ ਵੱਡਾ ਸਰਪ੍ਰਾਈਜ਼ ਪੈਕੇਜ ਹੈਗਾ ਸਾਡਾ ਸਾਡੇ ਸਟੂਡੈਂਟਸ ਲਈ। ਤੇ 1 ਮਹੀਨੇ ਦੇ ਅੰਦਰ ਵੈਸੇ ਜ਼ਿਆਦਾਤਰ ਸਵਾਲ ਪੁੱਛੇ ਜਾਂਦੇ ਨੇ, 1 ਮਹੀਨੇ ਦੇ ਅੰਦਰ ਕਿੰਨੇ ਕੁ ਸਟੂਡੈਂਟਸ ਵਾਕ ਇਨ ਕਰਦੇ ਨੇ ਵੈਸੇ? ਦੇਖੋ ਡਿਪੈਂਡ ਕਰਦਾ ਹੈ, ਹੁਣ ਜਿਸ ਤਰ੍ਹਾਂ ਸੀਜ਼ਨ ਵਧੀਆ ਚੱਲ ਰਿਹਾ ਹੈ, ਹੁਣ ਹਲੇ +2 ਕਲੀਅਰ ਹੋਈ ਹੈ ਸਟੂਡੈਂਟਸ ਦੀ, ਤਾਂ ਅੱਛੇ ਖਾਸੇ ਵਾਕਿੰਗਸ ਹੋ ਰਹੇ ਨੇ ਔਰ ਸਟੂਡੈਂਟਸ ਕਾਫੀ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਗਾਈਡੈਂਸ ਵਧੀਆ ਲੱਗ ਰਹੀ ਹੈ, ਸੋ ਅੱਛਾ ਚੱਲ ਰਿਹਾ ਹੈ। ਹਾਂਜੀ। ਤੇ ਜਿਹੜੇ ਸਟੂਡੈਂਟਸ ਨੂੰ ਤੁਸੀਂ ਪਰਸਨਲੀ ਮਿਲਦੇ ਹੋ, ਕਾਫੀ ਪ੍ਰੋਬਲਮਸ ਵੀ ਹੁੰਦੀਆਂ ਹੋਣੀਆਂ। ਜੀ ਜੀ ਜੀ, ਬਿਲਕੁਲ ਬਿਲਕੁਲ ਜੀ। ਤੁਸੀਂ ਉਹ ਕੁਝ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ? ਦੇਖੋ ਸਟੂਡੈਂਟਸ ਦੀ ਜ਼ਿਆਦਾਤਰ ਪ੍ਰੋਬਲਮ ਹੁੰਦੀ ਕਿਸੇ ਦਾ ਗੈਪ ਹੈਗਾ, ਜਿਵੇਂ ਕਈਆਂ ਦਾ 3-3 4-4 ਸਾਲ ਦਾ ਗੈਪ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਕਰੀਏ, ਸੋ ਉਸ ਤੇ ਉਹਨਾਂ ਨੂੰ ਦੱਸਿਆ ਜਾਂਦਾ ਹੈ। ਜਿਸ ਤਰ੍ਹਾਂ ਮੈਂ ਦੱਸਿਆ ਫਾਈਨੈਂਸ਼ੀਅਲ ਦੇ ਬਾਰੇ, ਕਈਆਂ ਦੇ ਫਾਈਨੈਂਸ਼ੀਅਲ ਅੱਛੇ ਨਹੀਂ ਹੁੰਦੇ, ਸੋ ਉਹਨਾਂ ਨੂੰ ਉਸ ਵਿੱਚ ਵੀ ਗਾਈਡ ਕੀਤਾ ਜਾਂਦਾ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਫਾਈਨੈਂਸ਼ੀਅਲਸ ਮੈਨੇਜ ਕਰਨੇ ਆ, ਜਾਂ ਫਿਰ ਕਈਆਂ ਦਾ ਪ੍ਰੋਫਾਈਲ ਐਸਾ ਨਹੀਂ, ਹੁਣ ਕਈ ਆ ਜਾਂਦੇ ਸਾਡੇ ਕੋਲ ਜਿਨ੍ਹਾਂ ਦਾ ਕਿ ਕੈਨੇਡਾ ਦੇ ਲਈ ਐਲੀਜੀਬਲ ਹੀ ਨਹੀਂ ਹੈ ਬਟ ਕਹਿੰਦੇ ਕੈਨੇਡਾ ਜਾਣਾ, ਸੋ ਉਹਨਾਂ ਨੂੰ ਵੀ ਇਹੀ ਗਾਈਡ ਕੀਤਾ ਜਾਂਦਾ ਕਿ ਫालतू ਦੇ ਚੱਕਰਾਂ 'ਚ ਨਾ ਪਾਓ, ਜਾਂ ਤਾਂ ਆਪਣਾ ਪ੍ਰੋਫਾਈਲ ਸੁਧਾਰ ਲਓ, ਪਰ ਜੇ ਪ੍ਰੋਫਾਈਲ ਨਹੀਂ ਸੁਧਾਰ ਸਕਦੇ ਤੁਸੀਂ ਤਾਂ ਫਿਰ ਕੋਈ ਹੋਰ ਕੰਟਰੀ ਦਾ ਤੁਸੀਂ ਸੋਚੋ। ਕੈਨੇਡਾ
ਕੈਨੇਡਾ ਬਾਰੇ ਨਾ ਸੋਚੋ। ਸੋ ਇਹ ਸਭ ਚੀਜ਼ਾਂ ਹੁੰਦੀ ਹੈ। ਬੇਸਿਕਲੀ ਜਿਹੜਾ ਸਾਡਾ ਸਭ ਤੋਂ ਪਹਿਲਾ ਜਿਹੜਾ ਮੇਨ ਪੁਆਇੰਟ ਹੁੰਦਾ, ਉਹ ਅਗਰ ਤੁਹਾਡੀ ਪ੍ਰੋਫਾਈਲ ਅੱਛੀ ਹੈਗੀ, ਸਾਡਾ ਮੇਨ ਇਹ ਹੁੰਦਾ ਹੈ ਕਿ ਅਸੈਸਮੈਂਟ ਜਿਹੜੀ ਹੈਗੀ, ਅਸੈਸਮੈਂਟ ਰਾਈਟ ਦਿੱਤੀ ਜਾਏ, ਕਿਉਂਕਿ ਅਸੈਸਮੈਂਟ ਜਿਹੜੀ ਹੈਗੀ ਉਹ ਇੱਕ ਰੀਡ ਦੀ ਹੱਡੀ ਹੈਗੀ ਕੈਨੇਡਾ ਸਟੱਡੀ ਵੀਜ਼ਾ ਦੀ। ਜੇ ਤੁਹਾਡੀ ਅਸੈਸਮੈਂਟ ਰਾਈਟ ਹੈਗੀ ਹੈ, ਤੁਸੀਂ ਜਿਹੜਾ ਕੋਰਸ ਚੂਜ਼ ਕਰਨਾ ਉਹ ਤੁਹਾਡਾ ਰੈਲੇਵੈਂਟ ਹੈਗਾ, ਤਾਂ ਹੀ ਤੁਸੀਂ ਅੱਗੇ ਵਧੋਗੇ। ਜੇ ਉਹ ਚੀਜ਼ ਨਹੀਂ ਹੈ, ਤੁਹਾਡੇ ਕੋਲ ਜਿੰਨੇ ਮਰਜ਼ੀ ਫਾਈਨੈਂਸ਼ੀਅਲਸ ਹੋਣ, ਤੁਹਾਡੇ ਕੋਲ ਜੈਸਾ ਮਰਜ਼ੀ ਤੁਹਾਡਾ ਪ੍ਰੋਫਾਈਲ ਹੋ, ਜਿੰਨੇ ਮਰਜ਼ੀ ਤੁਹਾਡੇ ਨੰਬਰ ਹੋਣ, 90% ਨੰਬਰ ਹੋ, ਜਿੰਨਾ ਮਰਜ਼ੀ ਤੁਹਾਡਾ ਬੈਂਡ ਸਕੋਰ ਹੋਏ, ਤੁਹਾਨੂੰ ਵੀਜ਼ਾ ਨਹੀਂ ਮਿਲਣਾ। ਅੱਜ ਦੀ ਡੇਟ ਦੇ ਵਿੱਚ ਇਹ ਸਿਨੈਰੀਓ ਹੈ, ਜਿਹੜੀ ਹੁਣ ਰਿਪੋਰਟ ਵੀ ਮੈਂ ਤੁਹਾਨੂੰ ਦਿਖਾ ਰਿਹਾ, ਇਸ ਕੇਸ ਦੇ ਵਿੱਚ ਵੀ ਤਕਰੀਬਨ ਇਹੀ ਚੀਜ਼ਾਂ ਹੋਈਆਂ ਨੇ। ਐਸਾ ਨਹੀਂ ਕਿ ਐਸਡੀਐਸ ਪ੍ਰੋਫਾਈਲ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਨੇ ਸਟੂਡੈਂਟਸ ਲੈਣੇ ਬੰਦ ਕਰਤੇ, ਸਟੂਡੈਂਟਸ ਨੂੰ ਲੈਣਾ ਚਾਹੁੰਦੇ ਨੇ, ਬਟ ਉਹਨਾਂ ਦਾ ਇੱਕ ਫਿਕਸ ਸਿਨੈਰੀਓ ਹੈਗੀ, ਇਸ ਤਰ੍ਹਾਂ ਦਾ ਬੱਚਾ ਹੀ ਸਾਡੇ ਕੋਲ ਆਉਣਾ ਚਾਹੀਦਾ। ਜਿਵੇਂ ਹੁਣ ਅਸੀਂ ਇਸ ਸ਼ੋਅ ਦੇ ਵਿੱਚ ਬੈਠੇ ਆ, ਤੁਸੀਂ ਮੈਨੂੰ ਇਨਵਾਈਟ ਕੀਤਾ ਜਾਂ ਮੈਨੂੰ ਇਸ ਸ਼ੋਅ ਦੇ ਬਾਰੇ ਕੁਝ, ਮੈਨੂੰ ਇਸ ਫੀਲਡ ਦੇ ਬਾਰੇ ਕੁਝ ਪਤਾ, ਤਾਂ ਹੀ ਤੁਸੀਂ ਇਨਵਾਈਟ ਕੀਤਾ। ਉਹੀ ਸੇਮ ਚੀਜ਼ ਹੈ ਕਿ ਇੱਕ ਉਹਨਾਂ ਨੂੰ ਇਹ ਕਿ ਸਟੂਡੈਂਟ ਨੂੰ ਉਹ ਚੀਜ਼ ਪਤਾ ਜਿਹੜਾ ਕ੍ਰਾਈਟੇਰੀਆ ਮੀਟ ਕਰ ਰਹੇ ਨੇ, ਤਾਂ ਹੀ ਉਹਨੂੰ ਇਨਵਾਈਟ ਕਰ ਰਹੇ ਆ। ਅਗਰ ਉਹ ਕ੍ਰਾਈਟੇਰੀਆ ਮੀਟ ਨਹੀਂ ਕਰ ਰਹੇ, ਤਾਂ ਜਿਸ ਤਰ੍ਹਾਂ ਦੇਖਿਆ ਸੀ ਸਕਸੈਸ ਰੇਟ 50% ਤੋਂ ਨੀਚੇ ਆ ਗਿਆ, ਇਹ ਫਿਰ ਇਸ ਤਰ੍ਹਾਂ ਹੀ ਰਹਿਣਾ। ਜੇ ਸਕਸੈਸ ਪਾਣਾ ਚਾਹੁੰਦੇ ਹੋ ਤਾਂ 4-5 ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਕੋਰਸ ਤੁਹਾਡਾ ਪਰਫੈਕਟ ਹੋਣਾ ਚਾਹੀਦਾ, ਉਹ ਇੱਕ ਐਕਸਪਰਟ ਦੀ ਸਲਾਹ ਦੇ ਨਾਲ ਹੀ ਹੋ ਸਕਦਾ। ਕਈ ਵਾਰ ਇਦਾਂ ਹੁੰਦਾ ਕਿ ਸਾਨੂੰ ਲੱਗਦਾ ਕਿ ਕੋਰਸ ਸਾਡਾ ਪਰਫੈਕਟ ਹੈਗਾ, ਬਟ ਹੈਲੋ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸੋ। ਸਤਿ ਸ੍ਰੀ ਅਕਾਲ ਜੀ। ਜੀ। ਮੈਂ ਨਾ ਆਪਣੀ ਪ੍ਰੋਫਾਈਲ ਡਿਸਕਸ ਕਰਨੀ ਸੀ। ਹਾਂਜੀ, ਆਪਣਾ ਨਾਮ ਦੱਸੋਗੇ ਪਹਿਲਾਂ। ਮੇਰਾ ਨਾਮ ਪ੍ਰਭਜੋਤ ਸਿੰਘ, ਮੈਂ ਅੰਬਾਲੇ से ਗੱਲ ਕਰ ਰਿਹਾ ਹਾਂ। ਕਿੱਥੋਂ ਜੀ? ਅੰਬਾਲੇ ਅੰਬਾਲਾ ਤੋਂ ਪ੍ਰਭਜੋਤ ਜੀ। ਹਾਂਜੀ ਹਾਂਜੀ ਪ੍ਰਭਜੋਤ ਜੀ। ਮੈਂ +2 ਓਪਨ ਬੋਰਡ ਤੋਂ ਕੀਤੀ ਹੋਈ ਹੈ ਜੀ 2020 ਚ। ਅੱਛਾ ਜੀ। ਔਰ ਮੇਰੇ ਓਵਰਆਲ 6 ਨੇ, 6 ਈਚ। ਠੀਕ ਹੈ ਜੀ। ਦੇਖੋ ਮੈਂ ਕੈਨੇਡਾ ਦੀ ਫਾਈਲ ਲਵਾ ਸਕਦਾ ਹਾਂ? ਦੇਖੋ ਡਿਪੈਂਡ ਕਰਦਾ, ਪਹਿਲੇ ਤਾਂ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਲੈ ਕੇ ਇੱਕ ਵਾਰ ਆਫਿਸ ਦੇ ਵਿੱਚ ਵਿਜ਼ਿਟ ਕਰ ਲਓ, ਕਿਉਂਕਿ ਬਹੁਤ ਸਾਰੇ ਓਪਨ ਬੋਰਡ ਜਿਹੜੇ ਹੈਗੇ ਉਹ ਐਲੀਜੀਬਲ ਨਹੀਂ ਹੈਗੇ ਕੈਨੇਡਾ ਦੇ ਲਈ ਜਾਂ ਫਿਰ ਕਿਸੇ ਵੀ ਕੰਟਰੀ ਲਈ। ਸੋ ਉਹ ਚੀਜ਼ ਤੁਹਾਡੇ ਡਾਕੂਮੈਂਟਸ ਦੇਖ ਕੇ ਹੀ ਤੁਹਾਨੂੰ ਅਸੀਂ ਗਾਈਡ ਕਰ ਪਾਵਾਂਗੇ। ਬਟ ਬਹੁਤ ਸਾਰੇ ਬੋਰਡ ਐਲੀਜੀਬਲ ਹੈਗੇ ਵੀ ਨੇ, ਹੋ ਸਕਦਾ ਹੈ ਕਿ ਤੁਸੀਂ ਜਿਹੜੇ ਬੋਰਡ ਤੋਂ ਕੀਤੀ ਹੈ ਉਹ ਐਲੀਜੀਬਲ ਹੋਏ, ਸੋ ਵੀ ਲਿਸਟ ਚੈੱਕ ਕਰਨੀ ਪਏਗੀ। ਜੇ ਐਲੀਜੀਬਲ ਹੁੰਦਾ ਹੋਇਆ ਤਾਂ ਡੈਫੀਨਿਟਲੀ ਉਹਨੂੰ ਪਰਸਿਊ ਕਰਾਂਗੇ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ 6 ਬੈਂਡ ਹੈਗੇ ਆ, ਤਾਂ ਪ੍ਰੋਫਾਈਲ ਬਹੁਤ ਵਧੀਆ ਹੈਗਾ, ਤਾਂ ਇੱਕ ਵਾਰ ਲੇਕਿਨ ਤੁਸੀਂ ਆਫਿਸ ਵਿਜ਼ਿਟ ਕਰ ਲਓ, ਫਿਰ ਮੈਂ ਤੁਹਾਨੂੰ ਪ੍ਰੋਪਰ ਗਾਈਡ ਕਰ ਪਾਵਾਂਗਾ। ਠੀਕ ਹੈ ਜੀ, ਥੈਂਕ ਯੂ ਸਰ। ਜੀ ਜੀ ਸਰ। ਤੇ ਇੱਕ ਹੋਰ ਸਵਾਲ ਮਨ ਚ ਆਉਂਦਾ, ਜੋ ਆਲਮੋਸਟ ਸਾਰੇ ਸਟੂਡੈਂਟਸ ਪੁੱਛਦੇ ਨੇ ਕਿ ਸਾਨੂੰ ਬਹੁਤ ਟਾਈਮ ਹੋ ਗਿਆ ਸੀ ਜਦੋਂ ਉਹਨਾਂ ਦੀ ਸਟੱਡੀਜ਼ ਕੰਪਲੀਟ ਹੋਈਆਂ ਨੇ, ਫਿਰ ਵੀ ਉਹਨਾਂ ਨੂੰ ਵਹਿਮਾਂ ਭਰਮਾਂ ਚ ਇਹ ਪਾਇਆ ਜਾਂਦਾ ਕਿ ਕੋਈ ਗੱਲ ਨਹੀਂ, ਜਿੱਦਾਂ ਵੀ ਤੁਹਾਨੂੰ ਪ੍ਰੋਬਲਮ ਹੈ ਅਸੀਂ ਤੁਹਾਨੂੰ ਬਾਹਰ ਭੇਜ ਕੇ ਰਵਾਂਗੇ। ਦੇਖੋ ਮੈਂ ਉਹੀ ਤੁਹਾਡੇ ਨਾਲ ਗੱਲ ਕਰ ਰਿਹਾ, ਜਿਹੜੇ ਸਟੂਡੈਂਟ ਸਾਡੇ ਨਾਲ ਮੇਨ ਡਿਸਕਸ ਕਰਦੇ ਜਿਹੜੀ ਗੱਲ, ਉਹ ਗੈਪ ਨੂੰ ਲੈ ਕੇ ਹੁੰਦੀ ਹੈ। ਹੁਣ ਜਿਸ ਤਰ੍ਹਾਂ ਸਟੂਡੈਂਟ ਨੇ ਕਿਹਾ ਕਿ 2020 ਦੇ ਵਿੱਚ ਮੈਂ ਆਪਣੀ ਸਟੱਡੀ ਕੰਪਲੀਟ ਕੀਤੀ ਜੀ, ਬਟ ਹੁਣ ਉਸ ਤੋਂ ਬਾਅਦ ਕੁਝ ਨਹੀਂ ਕੀਤਾ, ਤਾਂ ਹੁਣ ਮੇਰਾ ਕੀ ਬਣੇਗਾ? ਦੇਖੋ ਇਹ ਗੈਪ ਦਾ ਬਹੁਤ ਵੱਡਾ ਫੈਕਟਰ ਹੈਗਾ ਵੀਜ਼ਾ ਦੇ ਵਿੱਚ। ਜੇ ਤੁਹਾਡਾ ਗੈਪ 2 ਸਾਲ ਤੋਂ ਜ਼ਿਆਦਾ ਦਾ ਹੈਗਾ, ਫਿਰ ਤੁਹਾਨੂੰ ਵੀਜ਼ਾ ਮਿਲਣਾ ਬਹੁਤ ਔਖਾ ਜਾਏਗਾ, ਕਿਉਂਕਿ 2 ਸਾਲ ਦਾ ਸਟਿਪੂਲੇਟਡ ਪੀਰੀਅਡ ਹੈ ਕਿ ਇੰਨੇ ਪੀਰੀਅਡ ਦੇ ਵਿੱਚ ਤੁਸੀਂ ਫਾਈਲ ਲਗਾਤੀ ਤਾਂ ਤੁਹਾਨੂੰ ਅਸੀਂ ਵੀਜ਼ਾ ਦਵਾਂਗੇ, ਨਹੀਂ ਤਾਂ ਗੈਪ ਦੀ ਤੁਹਾਨੂੰ ਜਸਟੀਫਿਕੇਸ਼ਨ ਦੇਣੀ ਪਏਗੀ। ਹੁਣ ਜਸਟੀਫਿਕੇਸ਼ਨ ਜੇ ਅਸੀਂ ਨਕਲੀ ਜਸਟੀਫਿਕੇਸ਼ਨ ਕੋਈ ਦਿੰਦੇ ਆ, ਤਾਂ ਉਹਦੇ ਵਿੱਚ ਡੈਫੀਨੇਟਲੀ ਫਿਰ ਐਮਬੈਸੀ ਇਸ ਚੀਜ਼ ਨੂੰ ਵੈਰੀਫਾਈ ਵੀ ਕਰ ਸਕਦੀ ਹੈ, ਔਰ ਉਹਦੇ ਵਿੱਚ ਤੁਹਾਡੇ ਰਿਫਿਊਜ਼ਲ ਦੇ ਬਹੁਤ ਚਾਂਸੇ ਰਹਿੰਦੇ। ਤਾਂ ਹੀ ਅਸੀਂ ਸਟੂਡੈਂਟਸ ਨੂੰ ਹਮੇਸ਼ਾ ਇਹ ਗਾਈਡ ਕਰਦੇ ਹਾਂ ਕਿ ਜਦੋਂ ਤੁਹਾਡਾ ਗੈਪ ਆ ਗਿਆ, ਇਨ ਬਿਟਵੀਨ ਤੁਸੀਂ ਕੋਈ ਨਾ ਕੋਈ ਐਕਟੀਵਿਟੀ ਜ਼ਰੂਰ ਕਰਨੀ। ਹੁਣ ਜਿਸ ਤਰ੍ਹਾਂ +2 ਦੇ ਪੇਪਰ ਹੋਏ, ਹੁਣ ਕਈ ਸਟੂਡੈਂਟ ਤਾਂ ਐਸੇ ਹੁੰਦੇ ਜਿਨ੍ਹਾਂ ਨੇ ਕਿ ਵਿਦਿਨ 2-3 ਮੰਥਸ ਆਪਣਾ ਆਇਲਟਸ ਕਲੀਅਰ ਕਰ ਲਿਆ ਔਰ ਫਾਈਲ ਆਪਣੀ ਪੁੱਟ ਅਪ ਕਰਤੀ। ਬਟ ਕਈ ਸਟੂਡੈਂਟਸ ਐਸੇ ਹੁੰਦੇ ਨੇ ਜਿਹੜੇ ਇੰਗਲਿਸ਼ ਦੇ ਵਿੱਚ ਥੋੜੇ ਵੀਕ ਹੁੰਦੇ ਨੇ, ਉਹਨਾਂ ਨੂੰ ਕਈ ਬਲਕਿ 2-2 3-3 ਸਾਲ ਵੀ ਲੱਗ ਜਾਂਦੇ ਨੇ ਆਇਲਟਸ ਕਲੀਅਰ ਹੋਣ ਦੇ ਵਿੱਚ। ਐਸਾ ਨਹੀਂ ਕਿ ਉਹਨਾਂ ਦੇ ਵੀਜ਼ਾਸ ਨਹੀਂ ਹੁੰਦੇ, ਬਟ ਉਹਨਾਂ ਨੇ ਐਕਟੀਵਿਟੀ ਜਾਰੀ ਰੱਖਣੀ ਹੈ ਆਪਣੀ। 2 ਸਾਲ ਤੱਕ ਅਲਾਉਡ ਹੈ, ਬਟ ਤੁਸੀਂ ਜਿਵੇਂ ਹੀ ਆਇਲਟਸ ਦੀ ਹੁਣ ਤੁਹਾਡੇ +2 ਦੇ ਪੇਪਰ ਹੈ, ਤੁਸੀਂ ਆਪਣੇ ਨਾਲ ਐਕਟੀਵਿਟੀ ਜਾਰੀ ਰੱਖਣੀ ਹੈ। ਕੋਈ ਨਾ ਕੋਈ ਡਿਪਲੋਮਾ ਜਾਂ ਫਿਰ ਡਿਗਰੀ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਕੇ ਆਪਣਾ ਬੈਕਅਪ ਪਲਾਨ ਰੱਖੋ, ਕਿਉਂਕਿ ਜੇ ਤੁਹਾਡਾ ਕੈਨੇਡਾ ਦਾ ਨਹੀਂ ਹੁੰਦਾ ਵੈਸੇ ਵੀ, ਤਾਂ ਵੀ ਸਟੂਡੈਂਟਸ ਦਾ ਅੱਗੇ ਇਹ ਤਾਂ ਨਹੀਂ ਕਿ ਪੜ੍ਹਾਈ ਛੱਡ ਦੇਣਗੇ ਉਹ ਜੀ, ਪੜ੍ਹਾਈ ਕੁਛ ਨਾ ਕੁਛ ਤਾਂ ਉਹਨਾਂ ਨੇ ਕਰਨਾ। ਸੋ ਇੱਕ ਤਾਂ ਉਹ ਬੈਕਅਪ ਪਲਾਨ ਹੋ ਜਾਏਗਾ, ਔਰ ਦੂਸਰਾ ਇਹ ਹੈ ਕਿ ਤੁਹਾਡਾ ਗੈਪ ਵੀ ਨਾਲ ਦੀ ਨਾਲ ਕਵਰ ਹੋ ਰਿਹਾ। ਅਗਰ ਤੁਸੀਂ ਹੁਣ +2 ਤੋਂ ਬਾਅਦ ਨਹੀਂ ਜਾ ਪਾਏ ਤਾਂ ਐਟਲੀਸਟ ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡਾ ਚਾਂਸ ਬਣਿਆ ਰਹੇਗਾ। ਸੋ ਮੈਂ ਇਹੀ ਕਹੂੰਗਾ ਕਿ ਸਟੂਡੈਂਟ ਜੀ ਗੈਪ ਨਹੀਂ ਹੋਣਾ ਚਾਹੀਦਾ, ਘੱਟ ਤੋਂ ਘੱਟ ਵੀ ਨਹੀਂ। ਅੱਜ ਦੀ ਡੇਟ ਦੇ ਵਿੱਚ ਜਦੋਂ ਕੰਪੀਟੀਸ਼ਨ ਦਾ ਦੌਰ ਚੱਲ ਰਿਹਾ ਹੈ, ਤਾਂ ਐਮਬੈਸੀ ਇਹ ਭਾਲਦੀ ਹੈ ਕਿ ਬੱਚੇ ਦਾ ਗੈਪ ਹੀ ਨਾ ਹੋਵੇ, ਕ੍ਰੀਮ ਪ੍ਰੋਫਾਈਲ ਨੂੰ ਹੀ ਦੇਣਾ ਚਾਹੁੰਦੀ ਹੈ ਵੀਜ਼ਾ, ਅਨਲੈਸ ਐਂਡ ਅੰਟਿਲ ਤੁਹਾਡੀ ਕੋਈ ਐਕਸਟਰਾ ਆਰਡੀਨਰੀ ਪ੍ਰੋਫਾਈਲ ਨਹੀਂ ਹੈਗੀ ਜੀ। ਤੇ ਤੁਸੀਂ ਜਿਹੜੇ ਕੈਨੇਡਾ ਜੀ ਸਟੂਡੈਂਟਸ ਨੂੰ ਜਿਹੜੀ ਪ੍ਰੋਬਲਮਸ ਆ ਰਹੀਆਂ ਨੇ, ਤੁਸੀਂ ਉਹਨਾਂ ਤੋਂ ਵੀ ਇੱਥੇ ਬਹਿ ਕੇ ਸੋਲਵ ਕਰ ਲੈਂਦੇ ਹੋ। ਬਿਲਕੁਲ ਤੁਸੀਂ ਉਸ ਦੇ ਬਾਰੇ ਕੁਝ ਕਹਿਣਾ ਚਾਹੋਗੇ?
ਦੇਖੋ ਮੈਂ ਪਹਿਲੇ ਵੀ ਤੁਹਾਨੂੰ ਹੁਣ ਇਹੀ ਗੱਲ ਕਹੀ ਹੈ ਕਿ ਅਗਰ ਸਟੂਡੈਂਟ ਜਿਹੜੇ ਵੀ ਸਾਡੇ ਥਰੂ ਗਏ ਨੇ ਅਗਰ ਤਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਜਾਂ ਕੋਈ ਨੋਨ ਰਹਿੰਦੇ ਨੇ ਉੱਥੇ ਫਿਰ ਤਾਂ ਕੋਈ ਦਿੱਕਤ ਨਹੀਂ ਹੈ, ਉਹ ਆਪਣੇ ਆਪ ਹੀ ਸੰਭਾਲ ਲੈਂਦੇ। ਬਟ ਇਨ ਐਨੀ ਕੇਸ ਉਹਨਾਂ ਦੇ ਅਗਰ ਕੋਈ ਰਿਲੇਟਿਵ ਜਾਂ ਫਿਰ ਕੋਈ ਵੀ ਨਹੀਂ ਹੈ, ਬਹੁਤ ਸਾਰੇ ਐਸੇ ਕੇਸਿਸ ਵੀ ਹੁੰਦੇ ਨੇ, ਸੋ ਉਸ ਕੇਸ ਦੇ ਵਿੱਚ ਸਾਡੀ ਬ੍ਰਾਂਚ ਦੇ ਨਾਲ ਜਿਹੜੇ ਉੱਥੇ ਬ੍ਰਾਂਚ ਹੈਡ ਨੇ ਉਹਨਾਂ ਦੇ ਨਾਲ ਕੰਸਲਟ ਕਰ ਸਕਦੇ ਨੇ। ਇੱਥੋਂ ਹੀ ਉਹਨਾਂ ਨੂੰ ਜਦੋਂ ਸਟੂਡੈਂਟ ਜਦੋਂ ਇੱਥੋਂ ਵੀਜ਼ਾ ਆ ਜਾਂਦਾ ਤਾਂ ਉਹਦੀ ਪ੍ਰੋਪਰ ਕਾਉਂਸਲਿੰਗ ਕੀਤੀ ਜਾਂਦੀ ਕਿ ਉਹਨੇ 에ਅਰਪੋਰਟ ਤੇ ਕਿਸ ਤਰ੍ਹਾਂ ਬਿਹੇਵ ਕਰਨਾ ਹੈ, ਕਿਉਂਕਿ ਉੱਥੇ ਵੀ ਤੁਹਾਡੀ ਇੰਟਰਵਿਊਜ਼ ਹੁੰਦੀਆਂ ਨੇ। ਉਸ ਤੋਂ ਬਾਅਦ ਕੈਨੇਡਾ ਜਾ ਕੇ ਉਹਨਾਂ ਦਾ ਕੀ ਉੱਥੇ ਹੀ ਡਿਸਕਸ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਉਹਨਾਂ ਦੇ ਪਲਾਨਸ ਨੇ, ਤਾਂ ਉਸ ਹਿਸਾਬ ਨਾਲ ਹੀ ਅਗਰ ਉਹਨੇ ਅਗਰ ਸਟੂਡੈਂਟ ਨੇ ਨਾਲ ਜੌਬ ਵੀ ਕਰਨੀ ਹੈ ਉਹਦੇ ਲਈ ਵੀ ਉਹਨੂੰ ਗਾਈਡ ਕੀਤਾ ਜਾਂਦਾ ਹੈ, ਔਰ ਅੱਗੇ ਫਰਦਰ ਜਿਸ ਤਰ੍ਹਾਂ ਸਟੱਡੀ ਤੇ ਕਾਲਜ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦਾ ਸ਼ਡਿਊਲ ਰਹੇਗਾ ਉਸ ਲਈ ਵੀ ਪ੍ਰੋਪਰ ਗਾਈਡ ਕੀਤਾ ਜਾਂਦਾ। ਸੋ ਮੇਨ ਸਾਡਾ ਕੈਨੇਡਾ ਦਾ ਬ੍ਰਾਂਚ ਦਾ ਇਹੀ ਕੰਮ ਹੈ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਟੂਰਿਸਟ ਵੀਜ਼ਾ ਦੇ ਵਿੱਚ ਵੀ ਅਸੀਂ ਡੀਲ ਕਰਦੇ ਹਾਂ। ਸੋ ਟੂਰਿਸਟ ਵੀਜ਼ਾ ਵਾਲਿਆਂ ਲਈ ਜ਼ਿਆਦਾ ਇਹ ਲਾਭਦਾਇਕ ਹੁੰਦਾ ਕਿਉਂਕਿ ਉੱਥੇ ਜਾ ਕੇ ਉਹਨਾਂ ਨੂੰ ਇੰਨਾ ਨਹੀਂ ਪਤਾ ਹੁੰਦਾ ਕਿ ਵਰਕ ਵੀਜ਼ਾ ਦੇ ਵਿੱਚ ਜੋ ਵਰਕ ਵੀਜ਼ਾ ਦੇ ਵਿੱਚ ਕਨਵਰਟ ਕਰਾਉਣਾ ਚਾਹੁੰਦੇ ਨੇ, ਸੋ ਉਸ ਚੀਜ਼ ਦੇ ਵਿੱਚ ਹੈਲਪ ਕੀਤੀ ਜਾਂਦੀ ਹੈ। ਸੋ ਮੇਨ ਬੇਸਿਕ ਸਰਵਿਸ ਇਹੀ ਕੈਨੇਡਾ ਦੇ ਆਫਿਸ ਦੀ ਇਹੀ ਹੈ। ਕਿਉਂਕਿ ਪਿਛਲੇ ਕੁਝ ਮਹੀਨਿਆਂ ਪਹਿਲਾਂ ਨਾ ਅਸੀਂ ਇਹ ਕਾਫੀ ਸੁਣਨ ਨੂੰ ਆ ਰਿਹਾ ਸੀ ਕਿ ਕੈਨੇਡਾ ਵਿੱਚ ਜਿਹੜੇ ਸਟੂਡੈਂਟਸ ਜਾ ਰਹੇ ਨੇ ਉਹਨਾਂ ਨੂੰ ਉੱਥੇ ਕੰਮ ਨਹੀਂ ਕੀਤਾ ਮਤਲਬ ਕਰਨ ਦਿੱਤਾ ਜਾ ਰਿਹਾ। ਦੇਖੋ ਇਹ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਜਿਹੜਾ ਸਟੂਡੈਂਟ ਹੁਣ ਪੜਨ ਜਾ ਰਿਹਾ, ਤੁਸੀਂ ਕੈਰੀਅਰ ਬਣਾਉਣ ਜਾ ਰਹੇ ਹੋ ਆਪਣਾ ਜੀ। ਇੱਕ +2 ਦਾ ਸਟੂਡੈਂਟ ਹੈ, ਉਹਨੇ ਅੱਗੇ ਬਹੁਤ ਕੁਝ ਦੇਖਣਾ। ਜੇ ਹੁਣੇ ਹੀ ਬਹੁਤ ਸਾਰੇ ਕੰਮਕਾਰਾਂ ਦੇ ਚੱਕਰ ਦੇ ਵਿੱਚ ਪੈ ਜਾਏਗਾ ਤਾਂ ਹੋ ਸਕਦਾ ਵੀ ਪੜ੍ਹਾਈ ਪਿੱਛੇ ਰਹਿ ਜਾਏ। ਪੜ੍ਹਾਈ ਪਹਿਲਾਂ ਹੋਣੀ ਚਾਹੀਦੀ ਹੈ। ਸੋ ਅਗਰ ਉਹਨੂੰ ਮੀਨ ਟਾਈਮ ਦੇ ਵਿੱਚ ਕੰਮ ਨਹੀਂ ਵੀ ਮਿਲ ਪਾ ਰਿਹਾ, ਦੇਖੋ ਇਹ ਤਾਂ ਚੱਲਦਾ ਰਹਿੰਦਾ, ਇੰਡੀਆ ਦੇ ਵਿੱਚ ਵੀ ਚੱਲਦਾ, ਹਰ ਜਗ੍ਹਾ ਚੱਲਦਾ। ਸੋ ਉਸ ਚੀਜ਼ ਵੱਲ ਫੋਕਸ ਉਹਨਾਂ ਦਾ ਘੱਟ ਹੋਣਾ ਚਾਹੀਦਾ। ਫੋਕਸ ਜਿਹੜਾ ਹੋਣਾ ਚਾਹੀਦਾ ਮੇਨ ਹੋਣਾ ਚਾਹੀਦਾ ਉਹਨਾਂ ਦਾ ਸਟੱਡੀ ਦਾ। ਜੇ ਸਟੱਡੀ ਤੁਸੀਂ ਆਪਣੀ ਕੰਪਲੀਟ ਕਰ ਲੈਂਦੇ ਹੋ ਤਾਂ ਜਿੰਨਾ ਵੀ ਤੁਹਾਡਾ ਇੱਥੇ ਤੁਸੀਂ ਫੀਸਾਂ ਭਰੀਆਂ ਜਾਂ ਫਿਰ ਜੋ ਵੀ GIC ਭਰੀ ਹੈ ਉਹ ਸਾਰਾ ਤੁਹਾਡਾ 1 ਸਾਲ ਦੇ ਅੰਦਰ ਕਲੀਅਰ ਹੋਣਾ ਚਾਹੀਦਾ। ਫੋਕਸ ਮੇਨ ਹੋਣਾ ਚਾਹੀਦਾ। 20 ਘੰਟੇ ਮਿਲਦੇ ਨੇ ਉਹਨਾਂ ਨੂੰ ਕੰਮ ਕਰਨ ਲਈ, ਸੋ ਉਸ ਦੇ ਵਿੱਚ ਡੈਫੀਨਿਟਲੀ ਇੰਨਾ ਕੰਮ ਜ਼ਰੂਰ ਮਿਲ ਜਾਂਦਾ। ਬਟ ਮੇਰੀ ਪਰਸਨਲ ਸਲਾਹ ਹੈਗੀ ਹੈ ਜਿਹੜੇ ਵੀ ਸਟੂਡੈਂਟਸ ਨੂੰ ਜਾਣਗੇ, ਤੁਸੀਂ ਪੜ੍ਹਾਈ ਵੱਲ ਕੰਸੈਂਟਰੇਟ ਕਰੋ। ਪੜ੍ਹਾਈ ਨੇ ਤੁਹਾਨੂੰ ਬਹੁਤ ਕੁਝ ਦੇਣਾ। ਜੇ ਤੁਸੀਂ ਨਾਲ ਕੰਮ ਕਰਦੇ ਰਹੋ ਉਹ ਪੜ੍ਹਾਈ ਦੇ ਵੱਲ ਰੁਝਾਨ ਘਟ ਜਾਂਦਾ। ਸੋ ਜੌਬ ਵੱਲ ਘੱਟ ਕਿ ਸਰਦਾ ਨਹੀਂ ਸਾਡਾ ਉੱਥੇ ਨਹੀਂ। ਦੇਖੋ ਮੈਂ ਉਹੀ ਤਾਂ ਕਹਿ ਰਿਹਾ 20 ਘੰਟੇ ਤਾਂ ਤੁਸੀਂ ਕੰਮ ਕਰ ਸਕਦੇ ਹੋ, ਉਹਨਾਂ ਨੇ ਤਾਂ ਹੀ ਅਲਾਉ ਕੀਤੇ ਵੀ। ਹੁਣ ਜਿਹੜਾ ਬੰਦਾ ਇਹਨੇ 20 ਲੱਖ ਖਰਚ ਕੇ ਬਾਹਰ ਜਾਣ ਦਾ ਦਮ ਰੱਖਦਾ ਤਾਂ ਮੇਰੇ ਖਿਆਲ ਉਹਨਾਂ ਦੇ ਪੇਰੈਂਟਸ ਨੂੰ ਵੀ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਕਿ ਥੋੜਾ ਬਹੁਤ ਬੈਕਅਪ। ਔਰ ਨਾਲ ਜਿਹੜੀ GIC ਆਪਾਂ ਜਮ੍ਹਾਂ ਕਰਾਈ ਸੀ ਉਹ ਵੀ ਸਟੂਡੈਂਟ ਨੂੰ ਮਿਲਦੀ ਹੈ, ਹਰ ਮਹੀਨੇ ਮਿਲਦੀ ਹੈ। ਸੋ ਉਹਦੇ ਨਾਲ ਵੀ ਉਹਦਾ ਕੰਮ ਚੱਲਦਾ। ਸੋ ਫੁੱਲ ਟਾਈਮ ਜੌਬ ਤਾਂ ਵੈਸੇ ਵੀ ਨਹੀਂ ਕਰ ਸਕਦੇ, ਔਰ ਪਾਰਟ ਟਾਈਮ ਜੌਬ ਦੀ ਮੇਰੇ ਹਿਸਾਬ ਨਾਲ ਕੋਈ ਕਮੀ ਨਹੀਂ ਹੈਗੀ ਉੱਥੇ ਜੀ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਮੁੜ ਤੋਂ ਕਹਿ ਦਈਏ ਕਿ ਇਸ ਵੇਲੇ ਤੁਸੀਂ ਸਾਡਾ ਲਾਈਵ ਪ੍ਰੋਗਰਾਮ ਵੇਖ ਰਹੇ ਹੋ, ਤੁਸੀਂ ਸਾਡੇ ਨਾਲ ਲਾਈਵ ਜੁੜ ਸਕਦੇ ਹੋ ਇਸ ਪ੍ਰੋਗਰਾਮ ਦੇ ਰਾਹੀਂ। ਆਪਣਾ ਜੋ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਤੇ ਥੱਲੇ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਵੀ ਕਰ ਸਕਦੇ ਹੋ। ਤੇ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਆਪਣੀ ਕੰਪਨੀ ਬਾਰੇ? ਕੀ ਮੈਰਿਟਸ ਨੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਸਭ ਤੋਂ ਪਹਿਲੇ ਤਾਂ ਸਕਸੈਸ ਰੇਟ ਦੇਖੀ ਜਾਂਦੀ ਹੈ। ਸਕਸੈਸ ਰੇਟ 100% ਹੈ। ਖੈਰ ਮੈਨੂੰ ਲੱਗਦਾ ਕਿ ਕਈ ਕੰਪਨੀ ਦੀ ਹੋਏਗੀ, ਮੈਂ ਇਹ ਕਹਾਂਗੀ ਸਾਡੀ ਕੰਪਨੀ ਦਾ ਹੀ ਸਕਸੈਸ ਰੇਟ 100% ਹੈ। ਹੋ ਸਕਦਾ ਬਹੁਤ ਸਾਰੀ ਕੰਪਨੀ ਦਾ ਸਕਸੈਸ ਰੇਟ 100% ਹੋਵੇ, ਲੇਕਿਨ ਜਿਹੜੀ ਮੇਨ ਚੀਜ਼ ਤੇ ਮੈਂ ਫੋਕਸ ਕਰਨਾ ਚਾਹੁੰਦਾ ਉਹ ਮੈਂ ਕਰਨਾ ਚਾਹੁੰਦਾ ਕਿ ਸਟੂਡੈਂਟ ਨੂੰ ਗਾਈਡੈਂਸ ਸਹੀ ਹੋਵੇ। ਮੇਰਾ ਇਸ ਸ਼ੋਅ ਤੇ ਆਉਣ ਦਾ ਤੁਸੀਂ ਬੁਲਾਇਆ ਮੈਨੂੰ, ਮੇਰਾ ਇਹ ਮਕਸਦ ਨਹੀਂ ਕਿ ਮੈਂ ਆਪਣੀ ਮਾਰਕੀਟਿੰਗ ਕਰਨ ਲੱਗ ਜਾ, ਬਿਲਕੁਲ ਵੀ ਨਹੀਂ। ਬਟ ਮੇਰਾ ਸਿਰਫ ਔਰ ਸਿਰਫ ਇੱਕੋ ਹੀ ਮਕਸਦ ਹੈ, ਸਟੂਡੈਂਟਸ ਨੂੰ ਸਹੀ ਸਲਾਹ ਦੇਣਾ, ਸਟੂਡੈਂਟ ਨੂੰ ਸਹੀ ਗਾਈਡ ਕਰਨਾ। ਸਭ ਤੋਂ ਪਹਿਲਾਂ ਜੀ ਹੈਲੋ 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 ਜੀ ਇੱਕ ਕਾਲ ਕਰ ਚੁੱਕੇ। ਹਾਂਜੀ ਤੁਸੀਂ ਦੱਸ ਰਹੇ ਸੀ। ਤਾਂ ਮੈਂ ਇਹ ਚੀਜ਼ ਦੱਸ ਰਿਹਾ ਸੀ ਕਿ ਮੇਰਾ ਮੇਨ ਮਕਸਦ ਅੱਜ ਇੱਥੇ ਤੁਹਾਡੇ ਸ਼ੋਅ ਦੇ ਵਿੱਚ ਆਉਣ ਦਾ ਇਹੀ ਹੈ, ਵਿਦਿਆਰਥੀ ਨੂੰ ਸਹੀ ਗਾਈਡੈਂਸ ਮਿਲ ਸਕੇ। ਜਿਸ ਤਰ੍ਹਾਂ ਮੈਂ ਦੱਸਿਆ ਕਿ ਕੋਰਸ ਦਾ ਸਿਲੈਕਸ਼ਨ ਰੀਡ ਦੀ ਹੱਡੀ ਹੈ। ਸਭ ਤੋਂ ਪਹਿਲੇ ਸਾਡਾ ਮੇਨ ਜਿਹੜਾ ਫੋਕਸ ਹੁੰਦਾ, ਮੈਂ ਖੁਦ ਆਪਣੇ ਆਪ ਇਸ ਚੀਜ਼ ਨੂੰ ਦੇਖਦਾ, ਕਿਉਂਕਿ ਹਰ ਚੀਜ਼ ਦੇਖੋ ਬਹੁਤ ਸਾਰੀ ਕੰਪਨੀਆਂ ਨੇ, ਮੈਂ ਇਹ ਵੀ ਨੋਟਿਸ ਕੀਤਾ, ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਬਟ ਇਹ ਚੀਜ਼ ਪੁਆਇੰਟ ਆਊਟ ਕਰਨੀ ਬਹੁਤ ਜ਼ਰੂਰੀ ਹੈ ਕਿ ਬਹੁਤ ਸਾਰੇ ਕੰਪਨੀ ਦੇ ਵਿੱਚ ਕਾਉਂਸਲਰ ਵੀ ਐਸੇ ਹਨ ਜਿਨ੍ਹਾਂ ਨੇ ਕੋਈ ਖੁਦ +2 ਪਾਸ ਨਹੀਂ ਕੀਤੀ। ਹਾਂਜੀ। ਤਾਂ ਫਿਰ ਉਹ ਕਿਸ ਤਰ੍ਹਾਂ ਇੱਕ ਬੱਚੇ ਨੂੰ ਗਾਈਡ ਕਰ ਸਕਦੇ ਕਿ +2 ਤੋਂ ਬਾਅਦ ਤੁਸੀਂ ਕਿਹੜਾ ਕੋਰਸ ਲੈਣਾ। ਸੋ ਕਿਤੇ ਨਾ ਕਿਤੇ ਐਕਸਪਰਟ ਅਗਰ ਵਿੱਚ ਇਨਵੋਲਵ ਰਹੇਗਾ ਤਾਂ ਡੈਫੀਨਿਟਲੀ ਉਸ ਚੀਜ਼ ਦੇ ਵਿੱਚ ਹੈਲਪ ਮਿਲੇਗੀ। ਸੋ ਪਹਿਲਾ ਮੇਨ ਮਕਸਦ ਇਹੀ ਹੁੰਦਾ ਹੈ ਕਿ ਕੋਰਸ ਸਹੀ ਸਿਲੈਕਟ ਕਰਵਾਇਆ ਜਾਏ ਸਟੂਡੈਂਟ ਨੂੰ, ਔਰ ਸਟੂਡੈਂਟਸ ਦੀ ਜ਼ਿਆਦਾ ਨਾ ਸੁਣ ਕੇ ਆਪਣੀ ਸੁਣਾਈ ਜਾਏ ਕਿ ਵੀਜ਼ਾ ਕਿਸ ਤਰ੍ਹਾਂ ਹੈ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੇ ਪਹਿਲੇ ਹੀ ਆਪਣੇ ਕੋਰਸ ਚੂਜ਼ ਕੀਤੇ ਹੁੰਦੇ ਨੇ, ਬਟ ਇੱਕ ਐਕਸਪਰਟ ਦੱਸ ਸਕਦਾ ਹੈ ਕਿ ਉਹ ਕੋਰਸ ਸਹੀ ਵੀ ਹੈਗੇ ਕਿ ਨਹੀਂ ਹੈਗੇ। ਸੋ ਇਸ ਚੀਜ਼ ਵੱਲ ਮੇਨ ਕੰਸੈਂਟਰੇਟ ਰਹਿੰਦਾ। ਉਸ ਤੋਂ ਬਾਅਦ ਨੈਕਸਟ SOP ਦਾ ਸਾਡਾ ਮੇਨ ਫੋਕਸ ਰਹਿੰਦਾ। SOP ਅਸੀਂ ਖੁਦ ਚੈੱਕ ਕਰਦੇ ਹਾਂ, ਬਣਾਉਂਦਾ ਜ਼ਰੂਰ ਸਟੂਡੈਂਟ ਹੈ, ਬਟ ਰਹਿੰਦਾ ਇਹੀ ਹੈ ਕਿ ਅਸੀਂ ਖੁਦ ਨੂੰ ਚੈੱਕ ਕਰੀਏ, ਉਹਦੇ ਵਿੱਚ ਅਗਰ ਕੋਈ ਮਿਸਟੇਕਸ ਹੈਗੀ ਉਹਨਾਂ ਨੂੰ ਕਲੀਅਰ ਕਰੀਏ। ਜੀ ਹੈਲੋ ਗੁੱਡ ਇਵਨਿੰਗ ਮੈਮ। ਗੁੱਡ ਇਵਨਿੰਗ ਜੀ, ਆਪਣਾ ਨਾਮ ਦੱਸੋ। ਮੇਰਾ ਨਾਮ ਸਤਵੀਰ ਸਿੰਘ ਹੈ ਮੈਮ। ਜੀ ਸਤਵੀਰ ਸਿੰਘ ਜੀ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਅੰਬਾਲਾ ਤੋਂ ਗੱਲ ਕਰ ਰਹੇ ਜੀ। ਕਿੱਥੋਂ ਜੀ? ਅੰਬਾਲਾ ਤੋਂ। ਅੰਬਾਲਾ ਹਾਂਜੀ ਜੀ। ਆਪਣਾ ਸਵਾਲ ਪੁੱਛੋ ਜੀ। ਹਾਂਜੀ ਮੈਂ ਸਟੱਡੀ ਵੀਜ਼ੇ ਪਰ ਪਤਾ ਕਰਨਾ ਹੈ ਕੈਨੇਡਾ ਦੇ। ਜੀ ਹਾਂਜੀ ਬੋਲੋ ਜੀ ਬੋਲੋ। ਹਾਂਜੀ ਮੇਰੇ ਓਵਰਆਲ ਜਿਹੜੇ 7 ਬੈਂਡ ਨੇ। ਓਕੇ। ਔਰ ਮੇਰੀ ਜਿਹੜੀ +2 ਹੈ 2021 ਚ ਹੈ 85% ਦੇ ਨਾਲ, ਵਿਦ ਫੀਲਡ ਆਫ ਕਾਮਰਸ। ਕਾਮਰਸ ਦੇ ਵਿੱਚ ਹੈ।
ਹਾਂਜੀ ਬਹੁਤ ਵਧੀਆ ਪ੍ਰੋਫਾਈਲ ਹੈ ਤੁਹਾਡੀ, ਵੀਜ਼ਾ ਆਲਮੋਸਟ ਡਨ ਹੀ ਹੈ ਤੁਹਾਡਾ। ਬਟ ਸਰ ਜੇ ਹੁਣ ਅਸੀਂ ਰਿਸੈਂਟ ਦੀ ਗੱਲ ਕਰੀਏ, ਜਿਹੜਾ ਆਪਣਾ ਰਿਫਿਊਜ਼ਲ ਰੇਟ ਆ ਬਹੁਤ ਜ਼ਿਆਦਾ ਵੱਧ ਹੈ। ਹਾਂ ਰਿਫਿਊਜ਼ਲ ਰੇਟ ਤੇ ਹੀ ਸਾਡੀ ਚਰਚਾ ਚੱਲ ਰਹੀ ਸੀ, ਬਟ ਨਾਲ ਤੁਸੀਂ ਅਗਰ ਸ਼ੋ ਪੂਰਾ, ਮੈਂ ਯੈਸਟਰਡੇ ਪੜਿਆ ਸੀ ਕਿ ਨਾ ਵਧੀਆ ਪ੍ਰੋਫਾਈਲ ਹੋਣ ਦੇ ਬਾਅਦ ਵੀ ਮਤਲਬ ਕਿ ਵੀਜ਼ਾ ਨਹੀਂ ਆ ਰਿਹਾ। ਹਾਂ ਉਹ ਜ਼ਰੂਰ, ਮੈਂ ਤੁਹਾਨੂੰ ਅਗਰ ਤੁਸੀਂ ਮੇਰਾ ਪੂਰਾ ਸ਼ੋ ਅਗਰ ਸ਼ਾਇਦ ਦੇਖਿਆ, ਪਤਾ ਨਹੀਂ ਦੇਖਿਆ, ਉਹਦੇ ਵਿੱਚ ਤੁਹਾਨੂੰ ਇਹ ਕਾਰਨ ਵੀ ਦੱਸਿਆ ਕਿ ਕਿਸ ਕਾਰਨ ਤੋਂ ਸਾਡੇ ਰਿਫਿਊਜ਼ਲਸ ਇੰਨੇ ਆ ਰਹੇ ਨੇ ਕੈਨੇਡਾ ਸਟੱਡੀ ਵੀਜ਼ਾ ਦੇ, ਔਰ ਇਹਨਾਂ ਰਿਫਿਊਜ਼ਲ ਨੂੰ ਕਿੱਦਾਂ ਆਪਾਂ ਦੂਰ ਕਰਨਾ ਇਹ ਵੀ ਮੈਂ ਦੱਸਿਆ। ਸੋ ਡੈਫੀਨਿਟਲੀ ਤੁਹਾਡੀ ਪ੍ਰੋਫਾਈਲ ਬਹੁਤ ਅੱਛੀ ਹੈ। ਦੇਖੋ ਜਿਸ ਤਰ੍ਹਾਂ ਮੈਂ ਪਹਿਲੇ ਵੀ ਹੁਣੇ ਥੋੜੀ ਦੇਰ ਪਹਿਲੇ ਵੀ ਦੱਸਿਆ ਕਿ ਸਕਸੈਸ ਰੇਟ ਐਸਡੀਐਸ ਕੇਸ ਦੇ ਵਿੱਚ ਅਗਰ ਫਾਈਲ ਅੱਛੀ ਤਰ੍ਹਾਂ ਲਗਾਈ ਹੈ ਤਾਂ 100% ਸਕਸੈਸ ਰੇਟ ਹੈ। ਤਾਂ ਡੈਫੀਨਿਟਲੀ ਤੁਹਾਡੀ ਐਸਡੀਐਸ ਪ੍ਰੋਫਾਈਲ ਹੈ, ਤੁਹਾਡਾ ਪਰਸੈਂਟੇਜ ਵੀ ਅੱਛੀ ਹੈ, ਤਾਂ ਵੀਜ਼ਾ ਤੁਹਾਨੂੰ ਜ਼ਰੂਰ ਮਿਲੇਗਾ। ਓਕੇ ਸਰ, ਜੀ ਥੈਂਕ ਯੂ ਜੀ ਸਰ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਤੇ ਤੁਸੀਂ ਦੱਸ ਰਹੇ ਸੀਗੇ ਕਿ ਕਿਹੜੇ ਤੁਸੀਂ ਸਟੂਡੈਂਟਸ ਨੂੰ ਕਹਿੰਦੇ ਹੋ ਆਪ ਕਰਨਾ ਚਾਹੀਦਾ ਉਹਨਾਂ ਨੂੰ ਕੋਰਸਿਸ। ਜੀ ਹਾਂ ਜੀ, ਕੋਰਸਿਸ ਦੇ ਬਾਰੇ ਮੈਂ ਦੱਸ ਰਿਹਾ ਸੀ। ਉਸ ਤੋਂ ਬਾਅਦ ਮੈਂ ਸੈਕੰਡ ਸਟੈਪ ਜਿਹੜਾ ਦੱਸ ਰਿਹਾ ਸੀਗਾ ਕਿ ਉਹਦੇ ਵਿੱਚ 3-4 ਚੀਜ਼ਾਂ ਹੁੰਦੀ ਦੇਖੋ ਬੇਸਿਕਲੀ ਤਾਂ ਕੋਰਸ ਤਾਂ ਚਲੋ ਇੱਕ ਮੇਨ ਹੈ ਹੀ ਹੈ। ਉਸ ਤੋਂ ਬਾਅਦ ਅੱਜ ਦੀ ਡੇਟ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਫਾਈਨੈਂਸ਼ੀਅਲਸ ਦਾ ਬੜਾ ਜ਼ਿਆਦਾ ਇੰਪੋਰਟੈਂਸ ਹੈ। ਜੇ ਸਾਡੇ ਫਾਈਨੈਂਸ਼ੀਅਲਸ ਵਧੀਆ ਨਹੀਂ ਹੈਗੇ ਤਾਂ ਅੱਜ ਦੀ ਡੇਟ ਦੇ ਵਿੱਚ ਐਮਬੈਸੀ ਸਾਨੂੰ ਐਕਸੈਪਟ ਨਹੀਂ ਕਰ ਰਹੀ। ਉਹ ਸਿਰਫ ਇਹ ਨਹੀਂ ਦੇਖ ਰਹੇ ਕਿ ਤੁਹਾਡੇ ਅਕਾਊਂਟ ਦੇ ਵਿੱਚ 20 ਲੱਖ ਰੁਪਏ 25 ਲੱਖ ਰੁਪਏ ਇਹ ਚੀਜ਼ ਨਹੀਂ ਦੇਖ ਰਹੇ, ਉਹ ਤੁਹਾਡੀ ਪ੍ਰੋਫਾਈਲ ਦੇਖ ਰਹੇ, ਬੇਸਿਕਲੀ ਤੁਹਾਡੇ ਪੇਰੈਂਟਸ ਦੀ ਪ੍ਰੋਫਾਈਲ ਕਿਸ ਤਰ੍ਹਾਂ ਦੀ ਚੱਲ ਰਹੀ। ਸੋ ਜਿਹੜੇ ਸਟੂਡੈਂਟਸ ਹੁਣ ਆਪਣਾ ਪਲਾਨ ਕਰ ਰਹੇ ਨੇ, +2 ਕੀਤੀ ਹੋਈ ਆ, ਉਹ ਥੋੜਾ ਜਿਹਾ ਆਪਣੇ ਫਾਈਨੈਂਸ਼ੀਅਲ ਪਲੈਨਿੰਗ ਵੱਲ ਵੀ ਧਿਆਨ ਦੇਣ, ਆਪਣੇ ਬੈਂਕ ਅਕਾਊਂਟ ਉਸ ਹਿਸਾਬ ਨਾਲ ਮੇਨਟੇਨ ਕਰਨ ਕਿ ਐਮਬੈਸੀ ਨੂੰ ਲੱਗੇ ਕਿ ਇਹ ਇੱਕ ਪਰਮਾਨੈਂਟ ਇਨਕਮ ਇਹਨਾਂ ਦੀ ਹੈਗੀ ਆ, ਅੱਛੇ ਘਰ ਤੋਂ ਹੈ, ਕਿਉਂਕਿ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਮੈਟਰ ਕਰ ਰਹੀਆਂ। ਉਸ ਤੋਂ ਬਾਅਦ ਜਿਹੜੀ ਮੈਂ ਗੱਲ ਕਰ ਰਹੀ ਸੀ ਐਸਓਪੀ ਬੜੀ ਕਲੀਅਰ ਕ੍ਰਿਸਪ ਹੋਣੀ ਚਾਹੀਦੀ ਹੈ। ਤੁਹਾਡਾ ਜਿੰਨਾ ਵੀ ਜੋ ਵੀ ਤੁਹਾਡਾ ਗੋਲਸ ਹੈਗੇ ਨੇ ਰੀਅਲ ਦੇ ਵਿੱਚ ਉਹ ਸਾਰੇ ਮੈਂਸ਼ਨ ਹੋਣੇ ਚਾਹੀਦੇ ਨੇ। ਡੈਫੀਨਿਟਲੀ ਉਹਦੇ ਵਿੱਚ ਅਸੀਂ ਵੀ ਤੁਹਾਡੀ ਹੈਲਪ ਕਰਾਂਗੇ, ਬਟ ਤੁਸੀਂ ਬਿਲਕੁਲ ਜਿਸ ਤੇ ਜਿਹਨੂੰ ਕਹਿੰਦੇ ਕ੍ਰਿਸਟਲ ਕਲੀਅਰ ਹੋਣੇ ਚਾਹੀਦੇ ਕਿ ਤੁਹਾਡੇ ਇਹ ਗੋਲਸ ਹੈ। ਜੇ ਤੁਸੀਂ ਇਹ ਕੋਰਸ ਲਿੱਤਾ ਹੈ ਤਾਂ ਕਿਉਂ ਲਿੱਤਾ ਹੈ, ਅੱਗੇ ਤੁਹਾਨੂੰ ਇਹ ਕੀ ਫਾਇਦਾ ਮਿਲੇਗਾ, ਤੁਸੀਂ ਇੰਡੀਆ 'ਚ ਵਾਪਸ ਆ ਕੇ ਤੁਸੀਂ ਇਸ ਕੋਰਸ ਦੇ ਨਾਲ ਕੀ ਕਰੋਗੇ। ਸੋ ਇਹ ਚੀਜ਼ਾਂ ਸਾਰੀ ਅਗਰ ਆਪਾਂ ਮੈਂਸ਼ਨ ਕੀਤੀਆਂ ਹੋਈਆਂ ਨੇ ਵਧੀਆ ਤਰੀਕੇ ਨਾਲ ਤਾਂ ਡੈਫੀਨਿਟਲੀ ਤੁਹਾਨੂੰ ਵੀਜ਼ਾ ਦੇ ਵਿੱਚ ਜ਼ਰੂਰ ਸਕਸੈਸ ਮਿਲੇਗਾ। ਵੈਸੇ ਮਿਨੀਮਮ ਜਿਹੜਾ ਕੋਰਸ ਹੈ ਕਿੰਨੇ ਟਾਈਮ ਦਾ ਹੁੰਦਾ ਤੇ ਤੁਸੀਂ ਕਿਹੜਾ ਕੋਰਸ ਆਪ ਕਰਨ ਵਾਸਤੇ ਕਹਿੰਦੇ ਹੋ? ਵੈਸੇ ਦੇਖੋ ਤਕਰੀਬਨ ਸਟੂਡੈਂਟਸ ਅੱਜ ਦੀ ਡੇਟ ਦੇ ਵਿੱਚ 2 ਇਅਰਸ ਦਾ ਡਿਪਲੋਮਾ ਹੀ ਕਰਨੇ, ਜਿਨ੍ਹਾਂ ਨੇ ਹੁਣ +2 ਕੀਤਾ ਤਾਂ 2 ਇਅਰਸ ਦਾ ਡਿਪਲੋਮਾ ਅੰਡਰ ਗ੍ਰੈਜੂਏਟ ਲੈਂਦੇ ਨੇ। ਬਾਕੀ ਡਿਪੈਂਡ ਕਰਦਾ ਹੈ ਕਿ ਸਟੂਡੈਂਟ ਦੀ ਪ੍ਰੋਫਾਈਲ ਕੈਸੀ ਹੈ। ਜੀ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ ਇਸ ਵੇਲੇ ਸਾਡਾ ਲਾਈਵ ਪ੍ਰੋਗਰਾਮ ਵੇਖ ਰਹੇ ਹੋ ਰਿਗਾਰਡਿੰਗ ਕੈਨੇਡਾ ਸਟੱਡੀ ਵੀਜ਼ਾ, ਤੇ ਜੇਕਰ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਸਾਨੂੰ ਥੱਲੇ ਸਕਰੀਨ ਤੇ ਦਿੱਤੇ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ, ਤੇ ਜਾਂ ਫਿਰ ਸਾਡੇ ਨਾਲ ਫੇਸਬੁੱਕ ਤੇ ਲਾਈਵ ਵੀ ਜੁੜ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ। ਜੀ ਤੇ ਤੁਸੀਂ ਆਪਣਾ ਪਹਿਲੇ ਮੈਰਿਟ ਦੱਸ ਰਹੇ ਸੀ, ਉਹ ਗੱਲ ਸਾਡੀ ਵਿੱਚ ਹੀ ਰਹਿ ਗਈ ਜੀ। ਮੈਂ ਤੁਹਾਨੂੰ ਇਹੀ ਦੱਸ ਰਿਹਾ ਸੀਗਾ, ਮੈਂ ਬਲਕਿ ਇੱਕ ਸਟੂਡੈਂਟਸ ਨੂੰ ਮੈਂ ਥੋੜਾ ਜਿਹਾ ਦਿਮਾਗ 'ਚ ਮੇਰੇ ਇੱਕ ਹੋਰ ਵੀ ਚੀਜ਼ ਆਈ ਹੈ। ਸਟੂਡੈਂਟ ਜਿਨ੍ਹਾਂ ਨੇ ਹੁਣ +2 ਕੀਤੀ ਹੈ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹਾਂਗਾ ਕਿ ਆਪਣਾ ਰਿਸਰਚ ਜਿੰਨਾ ਵੀ ਕਰਨਾ ਹੈ ਇਸ ਮਹੀਨੇ ਦੇ ਵਿੱਚ ਕਰ ਲਓ, ਔਰ ਤੁਹਾਡੀ ਜਿਹੜੀ ਐਪਲੀਕੇਸ਼ਨ ਹੈਗੀ ਹੈ ਉਹ ਐਪਲੀਕੇਸ਼ਨ ਤੁਹਾਡੀ ਨੈਕਸਟ ਮੰਥ ਦੇ ਵਿੱਚ ਲੱਗ ਜਾਣੀ ਚਾਹੀਦੀ ਹੈ। ਤੁਸੀਂ ਆਪਣਾ ਜਿਨ੍ਹਾਂ ਨੇ ਆਇਲਟਸ ਕਲੀਅਰ ਕਰ ਲਿਆ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੇ ਹੁਣ 1 ਮਹੀਨੇ ਦੇ ਵਿੱਚ ਵੀ ਬਹੁਤ ਸਾਰੇ ਸਟੂਡੈਂਟਸ ਆਇਲਟਸ ਕਲੀਅਰ ਕਰ ਲੈਂਦੇ ਆ। ਸੋ ਉਹਨਾਂ ਨੂੰ ਇਹ ਚਾਹੀਦਾ ਕਿ ਹੁਣ ਆਪਣਾ ਫਟਾਫਟ ਕੋਰਸ ਤੇ ਰਿਸਰਚ ਕਰਨ, ਆਪਣੀ ਐਪਲੀਕੇਸ਼ਨ ਲਗਾਉਣ, ਕਿਉਂਕਿ ਜੇ ਅਗਰ ਇਹ ਇਨਟੇਕ ਸਾਡੇ ਹੱਥ ਦੇ ਵਿੱਚੋਂ ਨਿਕਲ ਜਾਂਦਾ ਤਾਂ ਉਸ ਤੋਂ ਬਾਅਦ ਸਿੱਧਾ ਮਈ ਇਨਟੇਕ ਔਰ ਗੈਪ ਇੱਕ ਆ ਜਾਏਗਾ। ਫਿਰ ਗੈਪ ਆਉਣ ਤੋਂ ਬਾਅਦ ਫਿਰ ਇਹੀ ਹੁੰਦਾ ਕਿ ਕੁਝ ਹੋਰ ਵੀ ਕਰਨਾ ਸਟੂਡੈਂਟ ਨੇ, ਸੋ ਸਾਰਾ ਉਹ ਮਤਲਬ ਉਹ ਸ਼ੈਡਿਊਲ ਨਹੀਂ ਬਣ ਪਾਉਂਦਾ। ਸੋ ਮੇਰੇ ਹਿਸਾਬ ਨਾਲ ਹੁਣ ਸਟੂਡੈਂਟਸ ਨੂੰ ਇਹ ਚਾਹੀਦਾ ਕਿ ਫਟਾਫਟ ਆਪਣਾ ਕੋਰਸ ਸਿਲੈਕਟ ਕਰਕੇ ਔਰ ਐਪਲੀਕੇਸ਼ਨ ਲਗਾਉਣ। ਮੇਰੇ ਇੱਕ ਮਨ 'ਚ ਥੋੜਾ ਸਵਾਲ ਆ ਰਿਹਾ ਕਿ ਤੁਹਾਡੇ ਮਨ 'ਚ ਕਦੋਂ ਆਇਆ ਕਿ ਤੁਹਾਨੂੰ ਸਟੂਡੈਂਟਸ ਜਿਹੜੇ ਕੈਨੇਡਾ ਵਿੱਚ ਬੈਠੇ ਸਟੂਡੈਂਟਸ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ? ਨਹੀਂ, ਸਾਡਾ ਪਹਿਲੇ ਤੋਂ ਹੀ ਆਫਿਸ ਉੱਥੇ ਹੈਗਾ, ਕਿਉਂਕਿ ਟੂਰਿਸਟ ਵੀਜ਼ਾ ਦਾ ਕੰਮ ਅਸੀਂ ਬਹੁਤ ਦੇਰ ਤੋਂ ਕਰ ਰਹੇ ਹਾਂ। ਸੋ ਉਹਦੇ ਵਿੱਚ ਹੈਲਪ ਹੁੰਦੀ ਸੀ। ਨਾਲ ਦੇ ਨਾਲ ਜੋ ਸਟੂਡੈਂਟਸ ਨੂੰ ਜਾਣ ਲੱਗੇ ਤਾਂ ਬਹੁਤ ਸਾਰੇ ਸਟੂਡੈਂਟਸ ਐਸੇ ਸੀ ਜਿਨ੍ਹਾਂ ਦਾ ਕੋਈ ਉੱਥੇ ਨਹੀਂ ਸੀਗਾ ਇੰਨਾ, ਤਾਂ ਉਸ ਚੀਜ਼ ਦੇ ਵਿੱਚ ਉਹਨਾਂ ਨੂੰ ਹੈਲਪ ਅਸੀਂ ਉਸ ਹਿਸਾਬ ਨਾਲ ਕਰਨੀ ਸ਼ੁਰੂ ਕੀਤੀ। ਔਰ ਕੋਈ ਵੀ ਸਟੂਡੈਂਟ ਚਾਹੇ ਸਾਡੇ ਕੋਲ ਅਪਲਾਈ ਨਹੀਂ ਵੀ ਕੀਤਾ, ਉਹਨੇ ਸਾਡੇ ਕੋਲ ਵੀਜ਼ਾ ਨਹੀਂ ਵੀ ਲੱਗਿਆ, ਤਾਂ ਵੀ ਸਾਨੂੰ ਕੰਟੈਕਟ ਕਰ ਸਕਦਾ, ਉੱਥੇ ਉਹਨਾਂ ਦੀ ਜ਼ਰੂਰ ਅਸੀਂ ਹੈਲਪ ਕਰਾਂਗੇ। ਜੀ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਾਡਾ ਪ੍ਰੋਗਰਾਮ ਵੇਖ ਰਹੇ ਸੀ, ਸਪੈਸ਼ਲ ਟਾਕ ਸ਼ੋ ਵੇਖ ਰਹੇ ਸੀ ਰਿਗਾਰਡਿੰਗ ਕੈਨੇਡਾ ਸਟੱਡੀ ਵੀਜ਼ਾ, ਤੇ ਸਾਡੇ ਨਾਲ ਪ੍ਰੋਗਰਾਮ ਵਿੱਚ ਮੌਜੂਦ ਸਨ ਅਮਿਤ ਬੁੰਦੇਲਾ ਜੀ। ਅਮਿਤ ਬੁੰਦੇਲਾ ਜੀ, ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੇ ਅਸੀਂ ਇਹ ਕਹਾਂਗੇ ਕਿ ਸਾਡੇ ਨਾਲ ਜੋ ਦਰਸ਼ਕ ਜੁੜੇ ਸੀ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ, ਜੋ ਕਾਲ ਰਾਹੀਂ ਜੁੜੇ ਸੀ ਜਾਂ ਫਿਰ ਜੋ ਕਮੈਂਟ ਸੈਕਸ਼ਨ ਰਾਹੀਂ ਜੁੜੇ ਸੀ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ। ਅਸੀਂ ਇੱਕ ਹੋਰ ਐਪੀਸੋਡ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ, ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ।